ਇਹਦੇ ਮਤਲਬ ਨਾ ਸਪੈਲਿੰਗਸ ਐ ਨੇ ਫਫਾ ਤੱਤਾ ਤੇ ਹਾਹਾ ਓਕੇ। ਸੋ ਅਸੀਂ ਕਈ ਵਾਰੀ ਸਿਹਾਰੀ ਜਾਂ ਜਿਹੜੀਆਂ ਨੇ ਇੱਧਰ ਉੱਧਰ ਲਿਖਿਆ ਮਹਾਨ ਕੋਸ਼ ਵਿੱਚ ਇਹ ਔਰ ਇਹ ਇਹਦਾ ਮਾਈਕ ਨਾ ਇੱਥੇ ਰੱਖ ਇੱਧਰ ਹੋਊਗਾ ਸੋ ਇਹ ਜਿਹੜਾ ਸ਼ਬਦ ਹੈ ਇਹ ਇਸ ਤਰ੍ਹਾਂ ਮਤਲਬ ਸ਼ੁੱਧ ਹੈ ਮਹਾਨ ਕੋਸ਼ ਦੇ ਵਿੱਚ ਅਰਬੀ ਜ਼ਬਾਨ ਦਾ ਇਹ ਉਧਰੋਂ ਆਇਆ ਹੋਇਆ ਕਿ ਜਦੋਂ ਫਤਿਹ ਬਣਾਉਣੀਆਂ ਨਾ ਇਸ ਤਰ੍ਹਾਂ ਮਤਲਬ ਤਿੰਨੇ ਸ਼ੁੱਧ ਨੇ। ਕਈ ਵੀਰਾਂ ਨੇ ਪੰਥੇ ਨੂੰ ਸਿਹਾਰੀ ਦਿੱਤਾ ਆਏ ਨੂੰ ਸਿਹਾਰੀ ਬਿੰਦੀ ਇਸ ਤਰ੍ਹਾਂ ਹੈ। ਸੋ ਆਹ ਜਿਹੜੀ ਸਾਡੀ ਟਕਸਾਲ ਦਾ ਗੁਰਕਾ ਸਾਹਿਬ ਉਹਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਹੋਰਿਆਂ ਨੇ ਇਹ ਲਿਖਿਆ ਆਪਣੇ ਟੀਕੇ ਵਿੱਚ ਔਰ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਹ ਸ਼ਬਦ ਲਿਖਿਆ। ਹੁਣ ਤੱਕ ਦੀ ਜਿਹੜੀ ਖੋਜ ਹੈ ਨਾ ਇਹਨੂੰ ਸਹੀ ਮੰਨਦੀ ਹੈ ਤਿੰਨੇ ਮੁਕਤੇ ਹੋਏਗਾ ਫਤਹ ਆਹ ਮੁਕਤਾ ਨਾ ਫਤਹ ਆਮ ਅਸੀਂ ਫਤਿਹ ਹੈ ਬੋਲ ਦਿੰਦੇ ਆ ਫਤਿਹ ਹੈ ਨਾ। ਸਪੈਲਿੰਗ ਜੀ ਪਹਿਲੇ ਹਾਹੇ ਦੀ ਜਿਹੜੀ ਹੈ ਨਾ ਇਹ ਇੱਥੇ ਗਲ ਦੇ ਵਿੱਚ ਆਉਣੀ ਹੈ ਇਹ ਆਵਾਜ਼ ਹੈ ਨਾ ਫਤਹ ਉਹ ਕਹਿੰਦੇ ਆ ਫਤਹ ਇਸ ਤਰ੍ਹਾਂ ਫਾਰਸੀ ਵਾਲੇ। ਸੋ ਸਾਡਾ ਹਾ ਹੈ ਨਾ ਫਤਹ ਫਤਹ ਥੋੜਾ ਤੁਹਾਨੂੰ ਹੋਰ ਜੇ ਲੱਗੇਗਾ ਨਾ ਕਿ ਬਾਬਾ ਜੀ ਕਿਸ ਤਰ੍ਹਾਂ ਕਰਦੇ ਫਫਾ ਤੱਤਾ ਹਾ ਸਪੈਲਿੰਗ ਇਹ ਕੋਈ ਇਹ ਸੁਣਿਆ ਸੁਣਾਇਆ ਉਚਾਰਨ ਨਹੀਂ ਕਰਦਾ ਇਹਨੂੰ ਸਹੀ ਬਣਾਓ ਇਹ ਮਤਲਬ ਨਾ ਕੋਈ ਖੋਜ ਕੀਤੀ ਹੈ। ਸੋ ਜਦੋਂ ਵੀ ਇਹ ਆਵੇ ਦੇਗ ਦੇਗ ਬਾਬਾ ਫਤਿਹ ਸਿੰਘ ਜੀ ਚਾਰ ਸਾਹਿਬ ਜਾਂਦੇ ਨੇ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਹ ਨਾਮ ਆਪਾਂ ਨੇ ਨਾ ਇਹ ਰੱਖਣੇ ਆ ਇਹ ਬੱਚਿਆਂ ਦੇ ਨਾਲ ਜਿਹੜੇ ਆ ਨਾ ਫਤਿਹ ਇਸ ਤਰ੍ਹਾਂ ਰੱਖੋ। ਸੋ ਅਗਲਾ ਜਿਹੜਾ ਹੈ ਆਪਾਂ ਗੁਰਬਾਣੀ ਵਿਆਕਰਨ ਆਪਣਾ ਹੈਗਾ ਹਨਾ। ਸੋ ਆਪਾਂ ਕੋਈ ਕਦੀ ਪਹਿਲੇ ਗੁਰਬਾਣੀ ਦੀ ਨਾ ਗੱਲ ਕਰ ਵਿਆਕਰਨ ਦੀ ਆਹਰ ਸਭ ਕਰਦਾ ਫਿਰੈ ਆਹਰ ਸਭ ਕਰਦਾ ਫਿਰੈ ਫਿਰੈ ਆਹਰ ਇੱਕ ਨਾ ਹੋਏ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਤਰੈ ਬਿਰਲਾ ਬੁਝੇ ਇਹ ਥੋੜਾ ਜਿਹਾ ਨੋਟ ਹੈ ਦੇਖ ਲਿਓ ਬੁਝੇ ਹੋਏ ਤਾਂ ਬਿਨਾਂ ਵੀ ਹੋ ਸਕਦਾ ਹੈ। ਸੋ ਇਹ ਜਿਹੜਾ ਇੱਕ ਸ਼ਬਦ ਆਇਆ ਆਹਰ ਇੱਕ ਆਹਰ ਦਾ ਮੁਕਤਾ ਇੱਕ ਔਂਕੜ ਹੈ ਔਰ ਇੱਕ ਸਿਹਾਰੀ ਤਿੰਨ ਇੱਕ ਦੋ ਔਰ ਤਿੰਨ ਨਾਲ ਧਿਆਨ ਆਪਣਾ ਕੇਂਦਰਿਤ ਕਰੋ ਧਿਆਨ ਨਾਲ ਵੇਖੋ। ਸੋ ਇੱਥੇ ਆ ਗਿਆ ਆਹਰ ਸਭ ਕਰਦਾ ਫਿਰੈ ਜਿਹੜਾ ਮਨੁੱਖ ਹੈ ਹੋਰ ਸਾਰੇ ਉਦਮ ਕਰਦਾ ਫਿਰਦਾ ਹੈ। ਇਹਦਾ ਅਰਥ ਹੈ ਉਦਮ ਪੁਰਸ਼ਾਰਥ ਪਰ ਇਹਦੇ ਪਾਸੋਂ ਆਹਰ ਇੱਕ ਨਾ ਹੋਏ ਇੱਕ ਉਦਮ ਨਹੀਂ ਹੁੰਦਾ ਇਹਦੇ ਪਾਸੋਂ ਉਹ ਕਿਹੜਾ ਰੱਬ ਵਾਲੇ ਪਾਸੇ ਦਾ ਅੰਮ੍ਰਿਤ ਵੇਲੇ ਦੀ ਸੰਭਾਲ ਇਹ ਇੱਕ ਉਦਮ ਇੱਕ ਆ ਗਿਆ ਇੱਕ ਵਚਨ ਇਹ ਸਭ ਆ ਗਿਆ ਬਹੁ ਵਚਨ ਆ ਜਾਣੀ ਇੱਕ ਵਚਨ ਹੈਗਾ ਇੱਕ ਆ ਗਿਆ ਆ ਬਹੁ ਵਚਨ ਨਾਨਕ ਜਿਤ ਆਹਰ ਇਹਦੇ ਨਾਲ ਨੂੰ ਸਿਆਰੀ ਹੈ। ਇਹਦਾ ਅਰਥ ਹੈ ਉਦਮ ਦੁਆਰਾ ਆਹਰ ਦੁਆਰਾ ਰਾਹੀਂ ਇਹ ਕਾਰਕ ਹੁੰਦੇ ਆ ਆਹਰ ਦੁਆਰਾ ਕਰਨਾ ਹੈ। ਇਹ ਤੀਸਰਾ ਕਾਰਕ इंस्ट्रूमेंट केस इंस्ट्रूमेंटल केस ये भी अपना ये सारा है। सो इन्हों कहते हैं लगमात्री ज्ञान ते कौम दे विच ना इस दी घाट आ जे लगमात्री है पाठ कर लिया आहर सब करदा फिरै आहर एक ना होए नानक जित आहर जग उधरै विरला बूझै कोय। ये पहला स्टेप आ क्लीयर कर लिया बहुत अच्छी गल है। अगला स्टेप है भी है लगा मात्रा लगियां ने है ना ये उच्चारण दे भाग नहीं हुंदियां है ना पर ये लगियां क्यों ने है ना इको शब्द है ਉਹਦੇ ਤਿੰਨ ਰੂਪ ਕਿਉਂ ਆ ਰਹੇ ਇਸ ਨੂੰ ਕਹਿੰਦੇ ਆ ਗੁਰਬਾਣੀ ਵਿਆਕਰਣ ਨਾਲ ਗੁਰਬਾਣੀ ਵੀ ਰੱਖਣਾ ਗੁਰਬਾਣੀ ਵਿਆਕਰਣ ਇੱਕ ਪੰਜਾਬੀ ਦਾ ਵਿਆਕਰਣ ਇੱਕ ਗੁਰਬਾਣੀ ਦਾ 19 ਦਾ ਫਰਕ ਹੈ ਇੰਗਲਿਸ਼ ਦਾ ਗ੍ਰਾਮਰ ਹੈ। ਸੋ ਇਹ ਤੁਹਾਡਾ ਗੁਰੂ ਦਾ
एक गुरबाणी की तुक भी है ना, अरदास कर ले गुरबाणी की तुक लघुमात्री ज्ञान इहनूं कहते हैं, लघुमात्री ज्ञान। अगला जिहड़ा साडा लैसन है ना जी, हाँ पप्पा, पप्पा अखर है, इहदा उच्चारण है प, उच्चारण की है प, इहदी साउंड। सो जिथे भी आवे ना, और गुरबाणी दे दा ए भी ना है पप्पा, पप्पै पातशाह परमेश्वर, ਇਹਦਾ अर्थ है दो इत्थे करना हैगा ना, इत्थे दो लावां गुरबाणी गुरु नानक साहब ने, ਇਹਦਾ अर्थ है पप्पे अखर द्वारा, ਇਹਦਾ अर्थ ਕੀ ਹੈ द्वारा उपदेश ਦੀ बख्शिश करते हैं, ਉਹਨੂੰ एक टूल बना के एक इंस्ट्रूमेंट बना के अखर ਨੂੰ उपदेश ਦੀ बख्शिश है। तो यानी पंजाबी ਦੇ ਵਿੱਚ ਕੀ ਹੈ ਇਕੱਲੇ पप्पा आपका ना हैगा, फिर अगे वो होर रूप दो रूप ने अखरां दे दो दो रूप है ना, किते एक भी आ, इन्हां भी समझना। ये आपां तुसीं तां पप्पा पढ़ाया जी, आ कित्थों आ गया ना, दर्शन होणगे ते ਇਹਦਾ ਕੀ मीनिंग है। सो ਇਹਦਾ आखा पप्पे अखर द्वारा उपदेश दिंदे ने, ਉਹਨੂੰ एक इंस्ट्रूमेंट बना के अखरां नूं महाराज ने उपदेश महीनियां नूं चेत गोबिंद आराधी है, चेत के महीने राही उपदेश, थितां वारां राही उपदेश है, अखरां राही उपदेश है। सो पप्पा जिथे आवे ना, असीं आम पहली बाणी है जप साहब है ना, जप जी साहब कह दिंदे है ना, जी भी लाउंदे आ ना, ओनू बोल दिंदे जप जी साहब, बाबा बोल दिंदे जप जी है ना। सो ਇਹਦਾ ध्यान रखो, जप जी। उंज थोड़ा होर मैं तुहानूं डूंघे लै जा समुंदर च, नेड़े बैठा समुंदर ते डुੱਬ ना जाओ। ਉਹ ਹੈਗਾ जप साहब, बाणी का नाम जप साहब, सुखमनी साहब है ना, आनंद साहब, कदे आनंद जी साहब कहा, कदे सुखमनी जी साहब, कदे जप, फिर वो मतलब ना एक तुर पिया गल है ना, वो कित्थों तुरिया, सिख गुरु का होए गयो जप जी कंठ ना कीन, उत्थे मतलब ना जी से शब्द को शब्द जेड़ा ना सत्कार बहुत हो सकता, दो नहीं है ना, वीर जी साहब कोई कहता वीर जी है ना, या भाई साहब। सो ये रहतनामे दे विच भी ना है जप जाप जपे बिना, जप जाप जपे बिना है ना, इन्हां दा नाम जापी है, जाप दूजी बाणी है। सो पहली बाणी का जो ना है जप साहब, ये शुरू करो चंगा, यदि कोई मतलब पढ़ता नहीं है, बजुर्ग चलो बजुर्ग कहते सन जप जी कंठ ना कीन, वो तुकांत वास्ते है, ਇਹਦਾ याद रखना। अगला की है चित्त गोपतन, कई बार ना एक चित्त गोपतन, ਉਹ ਅਸੀਂ ਕਹਿੰਦੇ ਆ गोपतन भी एक बाबे वांगू जो बोल जिन्हें स्पष्ट नहीं करते। सो जिथे पप्पा है ਉਹਦਾ पप्पे का उच्चारण पप्पे ਵਿੱਚ ਹੋਵੇ, गोपत चित्त गोपत, बोलो जी गोपत का की अर्थ है, ये अर्थ था इंग्लिश आपको क्या हुआ, इंग्लिश पूछा जी मैं ठीक है। फप्फा जो भी आवेगी फप्फा फा एक वो तो नहीं है फप्फा। अगला अक्षर है ये है जी बब्बा, अगला अक्षर है बब्बा, ये अक्षर का नाम अक्षर आदि सुन बब्बा, इसका आवाज है ब, ये ना पप्पा फप्फा बब्बा पप्पा मम्मा, ये बुल्लां तो इसकी आवाज है ना, बुल्लां की सहायता नाल ये बुल्लां च बोलते, ये भी याद रखो। सो एक ये नाम का ਇਹਦਾ ਹੋਰ ਭਰਾ, ਉਹਦਾ नाम हैगा बब्बा, वो अखर का नाम है बब्बा। ਇਹਨੂੰ गुरु नानक साहब ने बब्बै बारी आइया मूढ़े बब्बै अखर द्वारा, और गुरु अर्जन साहब ने बब्बा वैर न करिए काहू है ना, उतो मतलब की पुष्टि हो जाती है भी ये गुरु नानक साहब ने या गुरु घर के विच ਇਹਦਾ नाम हैगा बब्बा। और कबीर जी ने ਇਹਦਾ नाम मतलब बावा वरते अपनी बाणी बावन अखरी ਦੇ ਵਿੱਚ, ਉਹਨੂੰ 2 नंबर ਤੇ ਬ੍ਰੈਕਟ ਚ ਰੱਖ ਲੈਨੇ ਆਪਾਂ ना, 2 नंबर ਤੇ ਇਹਨੂੰ ਵਾਵਾ ਨਹੀਂ ਕਹਿਣਾ ਜਾਣੀ, ਇਹਨੂੰ ਵਾਵਾ ਪੈਰ ਚ ਹਾਹਾ
आएगा वाह वाह, सारे बोलो वाह 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 वाह। वाह। उन्हें ना दोहां दा फर्क समझना, ये दोहां दा ना बब्बा अते वावा दा फर्क समझो, ਇਹਦਾ फर्क समझना पर उच्चारण दे विच ਇਹਦਾ फर्क है। एक शब्द हैगा वीर, बब्बे नाल वीर पार बड़े बरियार, ये आप उत्ते पढ़ते हैं वीर। एक हैगा वीर, सो भाई सो मेरा वीर, एक ये है वीर। एक बात है वेद, दूजा है वेद। सुने शास्त्र सिमरत, उत्ते केड़ा वेद है जी इन्हां नूं? दसो आ वेद बाबा आ उत्ते है सुने शास्त्र सिमरत वेद, आहरण मत वेद हथियार, आहरण मत वेद हथियार, यानी भेद है महाराजा बम्बास्टिक है ना, आएगा वेद कोमल वेद। ऐसे बहुता जोर नहीं लाना, ऐसे जोर थोड़ा भेद। और कोई तुसी दसो है ना, बाग वचन, यह भी है गुरबाणी च वचन, वचन भी है, बाग भी है, बाग उन्होंने कहते हैं बाग बाग। वाद वाद हाँ बैसंतर भी है, बैसंतर पहली बाणी, और वह संतर भी है। कितने आंदा है तुका संबंधित बोलो जी, है कितने आंदा ते है कितने? पानी वैसे हाँ बोल के बोलो। काम तो पानी पानी बैसंतर ये आएगा, केते पौन पवन पानी बैसंतर, केते कान महेश उथे है। जब ये पहले बाणी जी जप साहिब दे विच सोदा वाली पौड़ी च है, अगे चल के है ਇਹਦਾ ਧਿਆਨ ਰੱਖਣਾ ਇਹਦਾ ਇਹ ਹੈ। ਹੋਰ ਵੀ ਤੁਸੀਂ ਇਹਦੇ ਵਿੱਚ ਨਾ ਸ਼ਬਦ ਇਹ ਜੋੜ ਸਕਦੇ ਹੋ, ਔਰ ਬੱਬਾ ਔਰ ਬੱਬਾ ਦਾ ਫਰਕ ਜਿਹੜਾ ਹੈ ਇਹ ਸਪਸ਼ਟ ਕਰਨਾ। ਸੋ ਹਿੰਦੀ ਦੇ ਵਿੱਚ ਮਤਲਬ ਨਾ ਇੱਕ ਭੈਣ ਜੀ ਪੁੱਛਦੇ ਵੀ ਇਹ ਕਿਉਂ ਹੁੰਦਾ, ਹਿੰਦੀ ਦੇ ਵਿੱਚ ਮਤਲਬ ਸਰਬ ਹੁੰਦਾ, ਸਰਬ ਸਰਬ ਸਿੱਖਿਆ ਅਭਿਆਨ ਉੱਥੇ ਚੱਲ ਰਿਹਾ ਪੰਜਾਬ 'ਚ, पंजाबी दे विच सर्ब ये है। जिवें एक भैन जी कहते भी इको शब्द वास्ते ना, इको चीज वास्ते दो शब्द क्यों ने, वो मतलब ना उत्थे मैं समझ नहीं सकिया। उत्थे भी ये जिहड़ा सी ना इको हुंदा ना वाटर, एक की है ये वाटर है पानी दे अर्थां विच। इंग्लिश विच ऐसी कोई गलबात नहीं है जिहदे विच मतलब ना ये वाटर होवे, है जो कोई शब्द नहीं, इको एक शब्द आ है ना। ਉਹਦੇ ਵਿੱਚ ਜਿਵੇਂ ਉਹ ਆ ਹੈਗਾ ਵੈਸਟ ਹੈ ਨਾ, ਇੱਕ ਹੈਗਾ ਬੈਸਟ, ਇੱਕ ਹੋਰ ਬੈਸਟ ਹੈ ਪੈਨ ਨੇ, ਇਹ ਹੁੰਦਾ ਵੈਸਟ ਸਾਈਡ ਹੈ ਨਾ, ਪੱਛਮੀ ਵੈਸਟ ਬਨੈਨ, ਬੈਸਟ ਬਹੁਤ ਵਧੀਆ, ਬੈਸਟ ਬਹੁਤ ਵਧੀਆ ਇਹ ਹੈ, ਗੁੱਡ ਬੈਟਰ ਬੈਸਟ ਹੈ। ਸੋ ਸਾਡੇ ਕੋਲੇ ਨਾ ਗੁਰਬਾਣੀ ਦੇ ਵਿੱਚ ਜਿਹੜੀ ਸਾਡੀ ਗੁਰਬਾਣੀ ਆ ਪੁਰਾਤਨ ਪੰਜਾਬੀ, ਇਹਦਾ ਮਤਲਬ ਨਾ ਸੰਬੰਧ ਜਿਹੜਾ ਰਿਸ਼ਤੇਦਾਰੀ, ਇੱਕ ਤਾਂ ਹਿੰਦੀ ਦੇ ਵੀ ਸਗੀ ਭੈਣ ਆ, ਹਿੰਦੀ ਸਗੀ, ਸੰਸਕ੍ਰਿਤ ਹੈ ਇਹਦੀ ਹੈ ਨਾ, ਸੰਸਕ੍ਰਿਤ ਦੀ ਭੈਣ, ਉਹਦੇ ਇਹ ਤੋਂ ਪਹਿਲਾਂ ਦੀ ਆ ਥੋੜੀ ਜਿਹੀ, ਤਾਈ ਲੱਗਦੀ ਆ ਤਾਈ। ਹਿੰਦੀ ਅਰਬੀ ਫਾਰਸੀ ਦੇ ਸ਼ਬਦ ਨੇ ਹੈ ਨਾ, ਇੱਥੇ ਸੁਲਤਾਨ ਹੈ ਨਾ, ਇੱਥੇ ਸੁਲਤਾਨ ਤੁਸੀਂ ਕਹਿੰਦੇ ਤੂੰ ਸੁਲਤਾਨ ਕਹਾਂ ਹੋ ਮੀਆਂ, ਇਹ ਹੈ। ਸੋ ਸਾਡੇ ਕੋਲੇ ਇੱਕ ਇੱਕ शब्द वास्ते ना कई एक एक चीज वास्ते कई कई शब्द ने। हम फर्ज किया ज्यादा वो वास्ते पानी भी आ, थोड़े को तो गला वाटर आ ना पानी, अंब ये भी इन्हों गया, नीर ये भी इहदा नाम, आप फारसी वाला आप, एक और संस्कृत का आप, आप तेज बाय पृथ्वी आप आकाशा, ये इन्हें होर भी कोई निकल सकते हैं। यानी दखणी भारत दे विच ना इहनूं कहंदे आ सम अर्थक शब्द, सम अर्थक शब्द पहले लो ना, सम अर्थक शब्द, इको अर्थ वाले शब्द, इको चीज दे दूए सारे डिनोटेड करदे, सम अर्थक शब्द। तुहाडे कोले मतलब ना इको ही आ इंग्लिश दे विच, नो जां नॉट कह दिंदे ने
है ना, ਉਹਨੂੰ ਨੋ ਵੀ ਕਹਿੰਦੇ ਹੋ, ਨੋਟ ਵੀ ਕਹਿੰਦੇ ਹੋ, ਚਾਹੇ ਕਹੇਗਾ ਡੂ ਨੋਟ, ਇਹ ਵੀ ਹੈ। ਜਾਂ ਉਹਨੂੰ ਮਤਲਬ ਇੱਕ ਉਹਦੇ ਵਾਸਤੇ ਦੂਜੇ ਉਹਦਾ ਭਰਾ ਉਹਨੂੰ ਬਰੀਫ ਕਰਕੇ, ਹੈ ਨਾ, ਡੋਂਟ ਵਰੀ। ਨੋ ਤੇ ਨੋਟ, ਅੱਛਾ ਨੋ ਤੇ ਨੋਟ ਕਿੱਥੇ ਵਰਤੀਦਾ, ਹੈ ਨਾ, ਡੂ ਤੇ ਡੂ ਨੋਟ ਕਿੱਥੇ ਵਰਤੀਦਾ, ਇਹ ਤੁਹਾਨੂੰ ਸਮਝ ਕੋਈ ਨਹੀਂ, ਹੈ ਨਾ, ਹੈਗੀ ਆ। ਚਲੋ ਇੰਗਲਿਸ਼ ਦੇ ਵਿੱਚ ਨਾ ਰੱਟਾ ਹੀ ਲਾਈਦਾ, ਹੈ ਨਾ, ਕੋਈ ਇਹਦਾ ਮਤਲਬ ਉਹਨਾਂ ਨੇ ਕੋਈ ਨਾ ਪ੍ਰਿੰਸੀਪਲ ਕੋਈ ਉਹਦਾ ਅਸੂਲ ਹੈ ਕੋਈ ਅੱਜ ਦੇਖ ਕੇ ਨਾ, ਅੱਜ ਤੱਕ ਨਾ ਮੈਨੂੰ, ਮੈਂ ਵੀ ਮੈਟ੍ਰਿਕ ਪਾਸ ਕਰਕੇ 1 ਸਾਲ ਕਾਲਜ ਚਲਾਇਆ, ਮੈਨੂੰ ਵੀ ਨਹੀਂ ਮਾਸਟਰਾਂ ਨੇ ਦੱਸਿਆ, ਤੁਹਾਨੂੰ ਵੀ ਨਹੀਂ ਦੱਸਿਆ ਨਾ, ਇੰਝ ਹੀ ਕੰਮ ਸਰੀ ਜਾਂਦਾ। ਇਹਦੀ ਖੋਜ ਕਰੋ ਜੀ ਸਿੰਘ, ਇਹਦੇ ਦਿਮਾਗ ਲੜਾਓ, ਇੱਧਰ ਦਿਮਾਗ ਲੜਾਉਣਾ, ਆਪਸ ਨਹੀਂ ਲੜਨਾ। ਦਿਮਾਗ ਲੜਾਉਣਾ ਔਖਾ ਹੈ, ਇਹ ਵੀ ਤੁਹਾਡੀ ਗੱਲ ਨਾ। ਅਗਲਾ ਅੱਖਰ ਕੀ ਹੈ ਜੀ? ਅੱਖਰ, ਇਹਦਾ ਨਾਂ ਇਸ ਤਰ੍ਹਾਂ ਗੁਰਬਾਣੀ 'ਚ ਇਸ ਤਰ੍ਹਾਂ ਲਿਖਿਆ, ਇਹ ਆਪਾਂ ਉਚਾਰਨ ਨੂੰ ਦੱਸ ਰਹੇ ਹਾਂ, ਹਰ ਗੱਲ ਸਮਝਣ ਆਉਣੀ ਚਾਹੀਦੀ ਹੈ। ਸੋ ਉਸ ਦਾ ਜਿਹੜਾ ਵਾਟਰ ਹੈ ਜਾਂ ਵੈਸਟ, ਇਹ ਦੋ ਇੱਕ ਦੇ ਨਾਂ ਨੇ, ਇਹ ਤੋਂ ਘਬਰਾਉਣਾ ਨਹੀਂ ਚਾਹੀਦਾ। ਇੰਗਲਿਸ਼ ਜਿਹਨੇ ਪੜ੍ਹਿਆ ਨਾ, ਉਹਦੇ ਫਿੱਟ ਹੋ ਗਈ ਗੱਲ ਵੀ ਸਾਡੇ ਇੱਕ ਚੀਜ਼ ਵਾਸਤੇ ਇੱਕੋ ਮਤਲਬ ਨਾ, ਚੀਜ਼ ਜਿਹੜਾ ਸ਼ਬਦ ਹੈ ਇਹ ਨਿਸ਼ਚਿਤ ਹੋ ਗਿਆ, ਇਹ ਤੁਹਾਡਾ ਸਾਡੇ ਮਤਲਬ ਇੱਕ ਵਾਸਤੇ ਗਈ ਹੈ, ਉਲਟ ਕੰਮ ਆ ਸਾਡਾ ਇੰਗਲਿਸ਼ ਦਾ, ਹੈ ਨਾ, ਉਹ ਵਖਰੇਵਾ ਹੈਗਾ ਥੋੜਾ ਜਿਹਾ, ਉਹਨੂੰ ਮਾਈਂਡ ਵਿੱਚ ਰੱਖਣਾ। ਕੱਲ ਇੱਕ ਭੈਣ ਪੁੱਛਦੀ ਸੀ, ਉਹਨੂੰ ਨਾ ਮੈਂ ਸਮਝ ਲਿਆ ਵੀ ਉਹ ਨਾ ਉਹ ਡਬਲ ਮਾਈਂਡਡ ਆ, ਵੀ ਇਹ ਕਿਵੇਂ, ਕਿਉਂ ਆ ਜੀ ਇਹ, ਹੈ ਨਾ, ਵੀ ਇੱਕ ਸ਼ਬਦ ਵਾਸਤੇ ਉਹਨੂੰ ਵੇਦ ਵੀ ਲਿਖਤਾ, ਹੈ ਨਾ, ਉਹਨੂੰ ਵੇਦ ਵੀ ਲਿਖਤਾ ਹੈ, ਕਿਉਂ ਆ, ਹਿੰਦੀ ਦਾ ਹੈ, ਪੰਜਾਬੀ ਦਾ, ਇਲਾਕਿਆਂ ਦੀ ਗੱਲ ਹੁੰਦੀ ਆ, ਭਾਸ਼ਾ ਦੀ ਗੱਲ ਹੁੰਦੀ ਆ, ਤੇ ਉਸ ਨੂੰ ਮਤਲਬ ਨਾ ਮਾਲ ਵਿੱਚ ਸਾਢੂ ਕਹਿੰਦੇ ਆ, ਹੈ ਨਾ, ਸਾਢੂ ਤੇ ਮਾਝੇ 'ਚ ਸਾਢੂ ਕਹਿੰਦੇ ਆ, ਹੈ ਨਾ, ਸਾਢੂ ਸਾਲੀ ਦੇ ਘਰ ਵਾਲਾ। ਸੋ ਇਹ ਕੋਈ ਗੱਲ ਨਹੀਂ, ਇਹ ਜਾਣੀ ਕਿ ਨਾ ਉੱਥੇ ਨਾਸਕੀ ਬੋਲਦੇ ਆ, ਸਾਢੂ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਮਾਝੇ 'ਚ ਸਾਢੂ ਕਹਿੰਦੇ ਆ। ਪੰਜਾਬੀ ਦੇ ਵਿੱਚ ਨਾ ਔਤ, ਬਾਲ ਵਿੱਚ ਔਤ, ਉੱਥੇ ਔਂਤਰਾ ਕਹਿੰਦੇ ਆ, ਔਂਤਰਾ, ਇੱਧਰ ਔਂਤਰਾ ਕਹਿੰਦੇ, ਉੱਥੇ ਔਂਤਰਾ ਬਿੱਦੀ ਲਾਗੇ। ਸੋ ਇਲਾਕਿਆਂ ਦਾ ਵੀ ਨਾ ਕੁਝ ਇਹ ਫਰਕ ਹੁੰਦਾ, ਇਹਦਾ ਕੋਈ ਵਹਿਮ ਨਹੀਂ ਕਰਦਾ ਹੈਗਾ। ਇਹ ਸਾਰੀ ਗੱਲ ਮੈਂ ਤੁਹਾਨੂੰ ਸਮਝਾਤੀ ਆ। ਹੁਣ ਇੱਥੇ ਆਉਂਦੇ ਆ, ਭੱਬਾ, ਜਿਵੇਂ ਕੋਈ ਨਾ ਇਹਦਾ ਹੈ ਖੰਭਾ, ਇਸ ਤਰ੍ਹਾਂ ਆਪਾਂ ਕਹਿ ਲਈਏ ਖੰਭਾ, ਜੋ ਇੱਥੇ ਸੁਣਨਾ, ਇਹਦੀ ਹੈਲਪ ਨਾਲ ਇੱਥੇ ਆਉਣਾ, ਇਹਦੀ ਸਹਾਇਤਾ ਲੈ ਕੇ ਨਾ ਇੱਥੇ ਪਹੁੰਚਣਾ। ਖੰਭਾ, ਭੱਬਾ, ਭਾ ਵੀ ਨਹੀਂ ਕਹਿਣਾ, ਭੱਬਾ, ਜੋ ਇੱਥੇ ਆਵਾਜ਼ ਆ, ਭੱਬਾ। ਸੋ ਇਹਦੀਆਂ ਸਾਡੇ ਹਿੰਦੀ ਵਿੱਚ ਇਹਦੀ ਇੱਕੋ ਹੀ ਆਵਾਜ਼ ਆ, ਹੈ ਨਾ। ਇਹਦਾ ਆਪਾਂ ਕਈ ਇੰਗਲਿਸ਼ ਦੀ ਗੱਲ ਕੀਤੀ ਸੀ ਨਾ, ਹਿੰਦੀ ਦੇ ਵਿੱਚ ਇਸ ਨੂੰ ਮਤਲਬ ਨਾ ਭਾਰਤ ਅੱਗੇ ਆ ਜਾਏ, ਭਾਰਤ, सभा, सभा ऐसे बोलते हैं, सभा, भारत, भा, सभा, दो ही था ना, भा निकलेगा। ਤੇ ਪੰਜਾਬੀ ਵਿੱਚ ਦੋ ਨੇ, ਇਹਦਾ ਫਰਕ ਆ, ਹੈ ਨਾ। ਪੰਜਾਬੀ ਔਰ ਹਿੰਦੀ ਦਾ ਕੀ ਫਰਕ ਆ, ਇੰਗਲਿਸ਼ ਔਰ ਪੰਜਾਬੀ ਦਾ ਕੀ ਫਰਕ ਆ, ਕਿੱਥੇ ਕਿੱਥੇ, ਇਹ ਨੁਕਤੇ ਸਮਝ ਕੇ ਬੰਦਾ ਕੀ ਬਣ ਜਾਂਦਾ, ਵਿਦਵਾਨ। ਸੋ ਇਹਦੀ ਮੂਲਕ ਤੋਂ ਨਹੀਂ ਲੈਂਦੇ ਆ ਭਾਈ, ਕਹਿ ਕੇ ਮੂਲਕ ਪ੍ਰਾਇਮਰੀ ਸਾਊਂਡ, ਪ੍ਰਾਇਮਰੀ ਸਾਊਂਡ ਲੈਂਦੇ ਹਾਂ, ਹਨਾ। ਪਹਿਲੇ ਆ ਜੀ, ਹਨਾ, ਜਿਵੇਂ ਹੈ ਭਰਮ, ਇਹਦਾ ਭਰਮ, ਇਹ ਕਹੇਗਾ ਭਸ, ਸਵਾ ਨੂੰ ਕਹਿੰਦੇ ਭਸ, ਇੱਕ ਭਸਮ, ਉਹ ਸਵਾ ਨੂੰ, ਉਹੀ ਦੋ ਸ਼ਬਦ ਉਹਦੇ ਵਾਸਤੇ ਆ ਗਏ। ਇਹ ਕਹੇਗਾ ਭਗਤ, ਆ ਇੱਕ ਭਗਤ, ਇਹ ਬਹੁ ਵਚਨ ਭਗਤ, ਆਰੇ ਵਾਲੀ ਭਗਤੀ ਕਰਨ ਵਾਲੇ ਬਹੁਤੇ ਭਗਤ ਹੈ, ਯਾਨੀ ਲਗ ਮਾਤਰੀ ਗਿਆਨ ਜਿਹੜਾ ਨਾ ਇਹ ਹੋਣਾ ਚਾਹੀਦਾ। ਇਹ ਕੁਐਸਚਨ ਬਣ ਜਾਂਦਾ, ਸਾਡੇ ਸਤਿਗੁਰੂ 239 ਸਾਲ ਇੱਥੇ ਰਹੇ, ਗੁਰੂ ਨਾਨਕ ਸਾਹਿਬ ਮਤਲਬ ਨਾ 1469 ਤੋਂ ਲੈ ਕੇ 1708 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੀਰੀਅਡ ਜੋ ਹੈ, ਹਨਾ,
ਇਹ 239 ਸਾਲ ਬਣ ਜਾਂਦਾ। ਉਹਨਾਂ ਸ਼੍ਰੀ ਗੁਰਬਾਣੀ ਦਾ ਕੋਈ ਟੀਕਾ ਨਹੀਂ ਲਿਖਿਆ ਆਪਣੇ ਹੱਥੀਂ। ਜਿਹੜੇ ਉੱਥੇ ਮੈਂ ਦਮਦਮਾ ਸਾਹਿਬ ਅਰਥ ਪੜ੍ਹਾਏ, 48 ਸਿੰਘਾਂ ਨੂੰ ਅਰਥ ਪੜ੍ਹਾਏ ਲਿਖਿਆ ਹੁੰਦਾ। ਪੜ੍ਹਾਏ ਲਿਖਿਆ, ਲਿਖਾਏ ਨਹੀਂ ਹਨ, ਸਮਝਾਏ ਉਹਨਾਂ ਨੂੰ ਇਹ ਚੀਜ਼ਾਂ। ਉਹ ਸਮੇਂ ਦੇ ਨਾਲ ਮਤਲਬ ਨਾ ਜੰਗਾਂ ਯੁੱਧਾਂ ਦਾ ਵੇਲਾ ਆਇਆ, ਭੁੱਲ ਗਈਆਂ ਨਾ। ਕੌਮ ਨੂੰ ਬੜੇ ਸੰਕਟਮਈ ਦੌਰ ਦੇ ਵਿੱਚੋਂ ਨਿਕਲਣਾ ਪਿਆ, ਬੜੀ ਔਖੀ ਘਾਟੀ ਰਾਹੀਂ ਵਿਚਰਨਾ ਪਿਆ। ਉਦੋਂ ਜਿਹੜੀਆਂ ਲਗਾਂ ਮਾਤਰਾ ਸੀ ਇਹ ਭੁੱਲ ਗਈਆਂ। ਤੇ ਹੁਣ ਇਹਨਾਂ ਨੂੰ ਮਤਲਬ ਨਾ ਦੁਬਾਰਾ, ਉਹਨੂੰ ਕਹਿੰਦੇ ਆ ਪੁਨਰ ਸੁਰਜੀਤ, ਉਹਨੂੰ ਕਹਿੰਦੇ ਆ ਪੁਨਰ ਸੁਰਜੀਤ, ਵੀ ਦੁਬਾਰਾ ਉਹਨੂੰ ਜਿਉਂਦਾ ਹੀ ਕਰੋ। ਕੋਈ ਗਿਆਨ ਸੀਗਾ, ਕੋਈ ਗੱਲ ਸੀ, ਉਹ ਖਤਮ ਹੋ ਗਈ, ਉਹਨੂੰ ਦੁਬਾਰਾ ਸਾਹਮਣੇ ਲੈ ਰਿਮਾਈਂਡ ਕਰੋ, ਰਿਵਾਈਜ਼ ਕਰੋ। ਹਾਂ, ਉਹਨੂੰ ਜਾਗਦੀ ਕਰੋ, ਉਹਨੂੰ ਅੱਗੇ ਲਿਆਓ, ਹਾਈਲਾਈਟ ਕਰੋ, ਹਨਾ। ਸੋ ਆ ਸਾਡੇ ਗੁਰੂਆਂ ਨੇ ਲਗਾ ਮਾਤਰਾ ਲਾਈਆਂ ਨੇ, ਇਹਦਾ ਗਿਆਨ ਹੋਣਾ ਚਾਹੀਦਾ। ਔਰ ਜੇ ਮੈਂ ਕਹਿ ਦਿੰਦਾ ਨਾ ਇੱਕ ਇੱਕ ਲਗ ਮਾਤਰਾ ਤੇ ਇੱਕ ਇੱਕ ਸਿੱਖ ਦਾ ਸਿਰ ਲੱਗਿਆ। ਗੁਰੂ ਸਾਹਿਬ ਸ਼ਹੀਦ ਹੋਏ, 5ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਗੁਜਰੀ ਸ਼ਹੀਦ ਹੋਏ, ਮਾਤਾ ਗੁਜਰ ਕੌਰ ਜੀ। ਸੋ ਇਹ ਕੋਈ ਅੱਤ ਕਥਨੀ ਨਹੀਂ ਹੈ। ਸੋ ਸਾਨੂੰ ਇਸ ਭਾਵਨਾ ਨਾਲ ਚੱਲਣਾ ਚਾਹੀਦਾ। ਗੁਰੂਆਂ ਨੇ ਇਹ ਬੜੇ ਮਹਿੰਗੇ ਭਾਅ ਮਤਲਬ ਨਾ ਸਾਡੇ ਤੱਕ ਪਹੁੰਚੀ ਹੈ ਇੱਕ ਚੀਜ਼ ਹੈ, ਬਾਣੀ ਔਰ ਬਾਣੀ। ਸਾਨੂੰ ਵੀ ਉਸ ਭਾਵਨਾ ਦੇ ਨਾਲ, ਉਸ ਸ਼ਰਧਾ ਦੇ ਨਾਲ ਇਹਨਾਂ ਨੂੰ ਸਿੱਖ ਕੇ ਤੇ ਆਪਣੇ ਬੱਚਿਆਂ ਨੂੰ ਅਸੀਂ ਸਿਖਾਉਣਾ, ਅੱਗੇ ਤੋਰਨੀ ਹੈ ਪੰਥ ਵਿੱਚ ਗੱਲ ਇਹ ਹੈ। ਔਰ ਬਹੁਤੇ ਨਹੀਂ, ਇੱਕ ਮਤਲਬ ਨਾ ਸਿਟੀ ਵਿੱਚ ਹੈ। ਮੈਂ ਸੋਚਿਆ ਇੱਕ ਸਿਟੀ ਵਿੱਚ ਨਾ ਇੱਕ ਐਸਾ ਦਾ ਬੰਦਾ ਹੈ, ਐਸਾ ਪਰਫੈਕਟ ਹੋਣਾ ਚਾਹੀਦਾ ਜਿਹੜਾ ਲਗਮਾਤਰ ਗਿਆਨ ਦੇ ਵਿੱਚ ਨਾ ਬੜਾ ਪ੍ਰਬੁੱਧ ਹੋਵੇ, ਸਾਰੇ ਉਹਦੇ ਕੋਲ ਜਾ ਕੇ ਪੁੱਛਣ। ਜਿਵੇਂ ਅੱਗੇ ਸੀ ਨਾ, ਆਪਾਂ ਪੰਜਾਬ ਚੋਂ ਆਇਆ, ਵੀ ਜਿਹੜਾ ਪਹਿਲਵਾਨ ਹੁੰਦਾ ਨਾ, ਉਹਨੂੰ 100 ਗ੍ਰਾਮ 200 ਗ੍ਰਾਮ ਜਾਂ ਪਾਈਆ ਅੱਧਾ ਕਿਲੋ ਘਿਓ ਇਕੱਠਾ ਕਰਕੇ ਦਿੰਦੇ, ਐਵੇਂ ਤੂੰ ਘਿਓ ਖਾ, ਕਸਰਤ ਕਰ ਤੇ ਦੋ ਘੁਲਣਾ, ਤੇਰੇ ਤੇ ਸਾਰੇ ਪਿੰਡ ਦੇ ਤੈਨੂੰ, ਤੇਰੇ ਤੇ ਮਾਣ ਆ ਸਾਨੂੰ। ਸੋ ਅਸੀਂ ਇਸ ਤਰ੍ਹਾਂ ਮਤਲਬ ਨਾ ਅਨਪੜ੍ਹ ਸਨ ਸਾਡੇ ਬਜ਼ੁਰਗ, ਆਪਾਂ ਪੜ੍ਹੇ ਲਿਖੇ, ਆਪਾਂ ਵਿਦਵਾਨ ਮਤਲਬ ਨਾ ਉਹ ਪਹਿਲਵਾਨ, ਆਪਾਂ ਵਿਦਵਾਨ ਪੈਦਾ ਕਰਨੇ। ਇਹ ਹੈ ਇਹਦਾ ਮਕਸਦ। ਇਹ ਸ਼ਬਦ ਨੇ ਹੋਰ ਵੀ ਆ ਸਕਦੇ ਹਨ, ਬਹੁਤ ਆ ਗਏ। ਹੁਣ ਸੈਕੰਡਰੀ ਸਾਊਂਡ, ਸੈਕੰਡਰੀ ਸਾਊਂਡ ਯਾਨੀ ਗੌਣ ਧੁਨੀਆਂ ਨੂੰ ਕਹਿ ਦਿੰਦੇ ਆ। ਗੌਣ ਦਾ ਮਤਲਬ ਹੁੰਦਾ ਦੂਸਰੀ, ਹੈ ਨਾ। ਇੱਕ ਮੂਲਕ ਹੁੰਦੀ ਆ, ਆਰੰਭਕ, ਸਟਾਰਟ ਵਾਲੀ, ਆਰੰਭ ਦੇ ਵਿੱਚ ਆ ਜੇ, ਸਟਾਰਟਿੰਗ ਦੇ ਵਿੱਚ। ਗੌਣ ਹੁੰਦੀ ਆ 2 ਨੰਬਰ ਤੇ ਚਲੀ ਜਾਵੇ, ਜਿਵੇਂ ਸਭ, ਹਨਾ। ਸਭ ਇਹ ਗੁਰਬਾਣੀ 'ਚ 3 ਸਭ ਹੁੰਦੇ ਆ। ਇਹ ਹੈਗਾ ਇਸਤਰੀ ਲਿੰਗ ਇੱਕ ਵਚਨ, ਫੈਮਿਨਾਈਨ ਸਿੰਗੂਲਰ। ਸਭ ਤੇਰੀ ਤੂੰ ਸਭ ਨੀ ਧਿਆਇਆ, ਸਭ ਤੇਰੀ, ਤੇਰੀ ਆ ਗਿਆ ਨਾ, ਇਸਤਰੀ ਲਿੰਗਾ। हे प्रभु सारी रचना तेरी है, सब जग जिन्हें उपाया भाई, सब जग सारा संसार, ऑल वर्ल्ड, सारा संसार, जिन भुखा सब गवाइया। ये दोनों का मतलब ना फेमिनाइन, और सब गुण तेरे मैं ना ही कोई। मैस्कुलिन, फेमिनाइन प्लस मैस्कुलिन का कॉमन है, कॉमन प्लूरल बहुवचन। एक द्वारा सुनो, स्त्रीलिंग एक वचन वास्ते फेमिनाइन सिंगुलर है मुक्ता, और पुल्लिंग एक वचन वास्ते मैस्कुलिन सिंगुलर औंकड़। दोहां दा सांझा बहुवचन सियारी। उच्चारण तिन्हां दा सावा, उच्चारण तिन्हां दा की है सब। ये अर्थ वास्ते ने, यानी गुरबाणी दे अर्थ ना ਇਹ ਲਗਾ ਮਾਤਰਾ ਦੇ ਵਿੱਚ ਪੈਕ ਕਰਕੇ ਰੱਖੇ ਹੋਏ, ਇਹਦੇ ਵਿੱਚੋਂ ਨਿਕਲਣ। ਜਿਵੇਂ ਸੇਵ ਪੈਕ ਕੀਤੇ ਆ, ਸੇਵ ਨਿਕਲੇਗਾ ਉੱਥੋਂ, ਹਨਾ। ਸੇਵ ਕੀ ਆ, ਮੈਸਕੂਲਿਨ। ਹੋਰ ਕੀ ਇਸਤਰੀ ਨੇ ਕੀ ਹੋਏਗਾ, ਲੀਚੀ। ਹਾਂ, ਲੀਚੀ ਪੈਕ ਕਰਾਂਗੇ ਉਹ ਤਾਂ ਲੀਚੀ ਨਿਕਲੇਗੀ। ਅਰਬੀ, ਅਰਬੀ ਪੈਕ ਕਰਾਂਗੇ, ਅਰਬੀ। ਆਲੂ ਫੈਮਿਨਾਈਨ ਆ, ਆਲੂ ਨਿਕਲਣਗੇ। ਸੋ ਇਸੇ ਤਰ੍ਹਾਂ ਇਹ ਗੁਰਬਾਣੀ ਦੇ ਅਰਥ ਸਤਿਗੁਰਾਂ ਨੇ ਇਹਨਾਂ ਦੇ ਵਿੱਚ ਪੈਕ ਕੀਤੇ ਹੋਏ ਨੇ, ਤਾਂ ਕਿ ਕੋਈ ਹੋਰ ਲਿਖੇ ਹੁੰਦੇ ਨੇ ਉਹਨਾਂ ਵਿੱਚ ਅਦਲਾ ਬਦਲੀ ਹੋ ਸਕਦੀ ਸੀ। ਇਹਦੇ ਕੋਈ ਗੁੰਜਾਇਸ਼ ਨਹੀਂ, ਮਤਲਬ ਕੋਈ ਅਰਥ ਦਾ ਇੱਧਰ ਉੱਧਰ ਹੋ ਜਾਏ। ਤੇ ਪੱਕੇ ਮਤਲਬ ਨਾ ਪੈਕ ਕਰਤੇ ਨਾਲ। ਹੋ ਸਕਦਾ ਟੀਕਾ ਗੁੰਮ ਹੋ ਜੇ, ਗੁੰਮ ਹੋ ਜਾਂਦਾ,
मेरा अर्थ कितों लभने सी है ना, कोई टीका कर जाते महाराज गुम भी हो सकता सी अलग है ना, दो चीज़ां ये गुरु ग्रंथ साहिब दे विच ही। और ये सतगुरां दे महान मतलब ਸਾਹਿਤਕਾਰ होने की एक स्पष्ट और प्रत्यक्ष मिसाल सब। अगला स्टेप की है जी, हाँ अथॉरिटी टूगेदर इकट्ठे आ जाने शब्द। एक अखर का ना ही है ना, हाँ भब्बे, भब्बे अखर द्वारा भब्बे। और आएगा भूंबर, भूंबर यानी भुब्बल नूं कहते हैं जिहड़ी ना सुआह होंदी है ना, चुल्हे की सुआह, गर्म सुआह विच अग दी अंश हुंदी है, उहनूं भुब्बल कह दिंदे आ मालवे दे विच पंजाब च। गुरबाणी विच उस नूं कहा भूंबर, भूंबर। और कोई भंभल उससे खाही, भंभल उससे खाही, भंभल है ना, भंभल डबल माइंडेड होना है ना, डबल माइंडेड होने नूं ना गुरबाणी च कहंदे भंभल भूसे दे विच ना पै जाना, कन्फ्यूजन इहनूं कह दिंदे आ, कन्फ्यूजन पैदा हो जाए। वो कन्फ्यूजन च ही रहंदे आ सारी उम्र, कदे कोई एक मतलब निश्चय नहीं कर सकते। अगे है पांभीरी, पांभीरी के पात पाग दो, ये अपना है, इहनूं पंजाबी च भंभीरी कहण लगे। क्यों कहते हैं? क्योंकि सानू ओदा अखर दा पता नहीं, अखर दा जिहड़ा बाहा ना ओनूं भब्बा कही जाने आ, अखर नूं भब्बा है। इत्थे बब्बा बोले, इत्थे फिर बब्बा लिआंदा, सो इत्थों मतलब ना ये जिहड़ा ना गलत है, तां ओनूं कहने शुद्ध ना भब्बा ते पांभीरी। जिवें गोभी है ना, गोभी च जो सौंदा इत्थे गड्ढणियां, गोभी पांभीरी, पांभीरी ये गुरबाणी च हुआ है। पापी, पापीखण, पापीखण नन्ना भी आ सकता ना, पपीखण, पपी, पपीखण ये है, उधर है रावण का भरा, ये है। और एक आम जिहा शब्द आ साडा पंजाबी दा, ये गुरबाणी च भी आया, तीजे भैया भाभी बेब, तीजे भैया भाभी बेब। जिस वेले ना तीसरे स्टेज विच पहुंचदा बच्चा, 7-8 साल का हो जाता, 9 साल का, फिर उन्होंने पता लग जाता 10 साल का भी आ मेरी भरा, मेरा ताई का पुत्र भरा, आ ताई दी नूंह है ना भाभी, बेब होंदे कहंदे बड़ी भैन। सो असीं इस नूं पंजाबी च बोलण लगे भाभी, लिखण लगे, कारण इहनूं बब्बा कही जाने, भब्बा कही जाने। सो आ गुरबाणी का शब्द है और आम साडी वरतों का है, कहेगा भाभी, भाभी। सो जानी कि ना भाई कान सिंह जी नाभा लिखते हैं भी व्याकरण वो विज्ञान है, वो साइंस है, एक जानी जिस द्वारा अर्थां की सिद्धि और शब्द के शुद्ध होने की जानकारी मिलती है, अर्थां की सिद्धि और शब्द के शुद्ध होने की जानकारी मिलती है जी। तो व्याकरण, ये व्याकरण का जिहड़ा पहला भाग है ना वर्णबोध, ਆਪਾਂ ਉਹਦੀ स्टडी कर रहे हैं, पता भी होना चाहिए है ना। वर्णबोध जिहड़ा ना ਇਹਨੂੰ इंग्लिश ਦੇ ਵਿੱਚ ऑर्थोग्राफी, ऑर्थोग्राफी ਇਹਨੂੰ ਕਹਿੰਦੇ ਆ, ऑर्थोग्राफी। ग्राफ भी ग्राफ करना, चित्रना, भब्बा किस तरह का, ਉਹਦੀ शक्ल पाउणी, ਉਹਦਾ रूप है ना, पप्पा फत्ता बब्बा भब्बाई। सो हो रहे पाठ करन ਦੇ ਵਿੱਚ ਨਾ ਇਹ ਸਹਾਇਕ ਸਿੱਧ ਹੋਏਗਾ। आही महंगा जी चीज़ मैं लिख दी है ना, इन्हों का उच्चारण ही औखा, यदि सख्त मेहनत कर तो पंजाबी आ जाए, वो छेती वो भी सौखा हो जाएगा। ਇਹਦਾ कई बार ना असी जिवें आ गई भुजंग प्रयात छंद है ना, प्रयात जाप साहब का। अच्छा तुसीं दसो जी ਇਹਦਾ ਕੀ उच्चारण है भाई साहब? भुजंग है भुजंग प्रयात, भुजंग पप्पे ने ਉਂਗੜ बोलता, भुजंग
भुजंग लेके जाना बोलो जी। हाँ चलो मैं दसदा भुजंग ਅਸੀਂ ਕੀ ਬੋਲਦੇ ਆ ਭੁਜੰਗ ਮਾਲਵੇ ਚ ਜਾਂ ਪੰਜਾਬ ਦੇ ਵਿੱਚ ਨਾ ਭੁਜੰਗ ਸੋ ਇਹ ਜਿੱਥੇ ਭਵਾ ਆ ਜੇ ਨਾ ਇਹ ਦੂਸਰੇ ਦੇ ਦਾ ਪ੍ਰਭਾਵ ਜਾਂ ਪੈ ਜਾਂਦਾ ਉਹ ਤੋਂ ਬਚ ਕੇ ਰੱਖਣਾ ਉਹ ਤੋਂ ਹਨਾ ਇਹ ਹੈਗਾ ਭੁਜੰਗ ਕੋ ਜੰਗ ਜੰਗ ਭੁਜੰਗ ਇਹ ਮਹਿੰਗਾ ਇਹ ਟ੍ਰੇਡ ਲਿਖ ਲਓ ਹਨਾ ਇੱਕ ਹੁੰਦਾ ਆ ਇਹ ਕੀ ਹੈ ਜੀ पता ਤੁਸੀਂ ਦੱਸੋ ਇਹ ਪਤਾ ਸੀ ਕੀ ਕਰਦੇ ਆ ਪਤਾਰ ਮੈਂ ਦੱਸ ਦਿੰਦਾ ਤੁਸੀਂ ਕੀ ਦੱਸਣਾ ਤੁਹਾਨੂੰ ਭਜਾਉਂਦਾ ਹੁੰਦਾ ਪ੍ਰੋਫੈਸਰ ਸਾਹਿਬ ਨੇ ਪਤਾਰ ਇਸ ਤਰ੍ਹਾਂ ਬੋਲੇ ਜਾਂਦੇ ਆ ਪਤਾਰ ਤਾਰ ਨਹੀਂ ਬੋਲਦੇ ਤਾਰ ਹੈਗਾ ਪੱਤਾ ਪਹਿਲੇ ਦੋ ਅੱਖਰ ਬੋਲੋ ਪੱਤਾ ਪੱਤਾਰ ਪੱਤਾਰ ਇਹ ਕਾ ਗਿਆ ਅਸੀਂ ਤੀਜਾ ਬੋਲੇ ਭਤੀਜਾ ਰਾਮ ਭਤੀਜਾ ਇੱਕ ਵਚਨ ਪਰ ਗੁਰਬਾਣੀ ਵਿੱਚ ਨਾ ਇਸ ਤਰ੍ਹਾਂ ਲਿਖਿਆ ਭਾਤੀਜੇ ਭਾਤੀਜਾ ਹੁੰਦਾ ਤੀਜਾ ਨਹੀਂ ਹੁੰਦਾ ਅਸਲ ਲਫ਼ਜ਼ ਹੈ ਭਾਤੀਜਾ ਪੁੱਤ ਭਾਈ ਭਾਤੀਜੇ ਰੋਵੇ ਇਹ ਹੈ ਇਹਦਾ ਮਤਲਬ ਉਸ ਤੇ ਆ ਤਿੰਨ ਜਿਹੜੇ ਸ਼ਬਦ ਆ ਨਾ ਇਹ ਗੁਰਬਾਣੀ ਦੇ ਹੈਗੇ ਆ ਇਹਨਾਂ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰ अगला की है आखिर एला ना है मम्मा 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 नहीं कहना मम्मा हिंदी नहीं बोल ये मैं कहना मात ऐसे जो ऐसे साउंड है आवाज ऐसे कटनी हाँ ਜਿਹੜੇ ਮੇਰੇ ਕਹਿੰਦੇ ਅਸੀਂ ਨਹੀਂ ਨਾ ਬਿੰਦੀ ਬੋਲ ਕੇ ਬੋਲੀ ਜਾਂਦੇ ਆ ਇੱਥੇ ਵੀ ਸੋ ਬਿੰਦੀ ਦੀ ਜਿਹੜੀ ਸਮਝ ਆ ਰਹੀ ਹੈ ਆਪਾਂ ਮੇਰੇ ਕਾਲਜ 'ਚ ਕਾਫੀ ਖੋਜ ਆ ਬਿੰਦੀ मेरे संता ने मेरी ड्यूटी लाई सी ये खोज करो कितने बिंदी बोलते हैं की गल बात है सारी मम्मा मां नहीं कहना सो ये विच ना एक गुरबाणी दे विच मां भी है मां की रकत पिता बिद धारा एक है डुबण दे ना मां पिरी ये उधरों आके फारसी वालों आया ये बिंदी नहीं बोलनी मदर दे अर्थां विच आवे ना ये हैगा मदर दा मां ਇਹਦਾ अर्थ है माई मेरा मेरा प्यारा प्रभु मैनू डुबण नहीं देता ਇਹਦਾ है ਇਹ याद रखो चंगा ਇਹ ਨੁਕਤਾ है यानी ਇਹਨਾਂ ਦਿਨਾਂ 'ਚ ਮੈਂ ਤੁਹਾਨੂੰ ਨਾ ਪਾਠ ਕਰਨ ਦੇ ਢੰਗ ਨੁਕਤੇ ਦੱਸਣੇ ਕਿ ਕਿਵੇਂ ਪਾਠ ਕਰਨਾ ਕਿੱਥੋਂ ਸ਼ੁੱਧ ਹੁੰਦਾ ਕਿੱਥੋਂ ਅਸ਼ੁੱਧ ਹੁੰਦਾ ਪਹਿਲਵਾਨ ਨੂੰ ਦੱਸਦੇ ਨੁਕਤੇ ਦੱਸਦੇ ਆ उसी तरह मैं आप जी को ये दसना है अगला कर गया जी अंतम वर्ग केड़ा वर्ग अंतम वर्ग कहते अंतिम यानी इंग्लिश दी मतलब ना तुसी लास्ट रो बना सकते हो ना ये 7 जड़ियां रोज ने है ना ये है ओदा ਇਹਦਾ ਪਹਿਲਾ ਅੱਖਰ ਹੈ ਯਾ ਆ ਅੱਖਰ ਆ ਗੁਰਬਾਣੀ ਜਿਹਨੂੰ ਇਸ ਤਰ੍ਹਾਂ ਲਿਖਿਆ ਹੈ ਉਚਾਰਨ ਵਿੱਚ ਯਾ ਇਸ ਤਰ੍ਹਾਂ ਲਵਾਂਗੇ ਉਚਾਰਨ ਇਹਦਾ ਹੋਏਗਾ ਯਾ ਯਾ ਜਿਵੇਂ ਹੈ ਨਾ ਪਹਿਲੇ ਮੈਂ ਦੱਸਦਾ ਸੀਗਾ ਹਾ ਨਾ ਦੱਸਦਾ ਸੀ ਨਾ ਹਾ ਫਿਰ ਇਕੱਠਾ इस तरह दसा सी नंग ना दो सी ना पर इसे थोड़ा फर्क आ गया इतने 3 आ गए ना सो ये 2 भाग बनेंगे यही ये या हाँ एक या ते या हाँ
ਜਦੋਂ ਬਦਲਣਾ ਯਹੀ ਨਹੀਂ ਕਹਿਣਾ ਯਹੀ ਕਹਿੰਦੇ ਨੇ ਅਸਾਂ ਯਹੀ ਆ ਈੜੀ ਦਾ ਝੁਕਾ ਜਿਹੜਾ ਨਾ ਪਰਲੇ ਬੰਨੇ ਹੋਵੇ ਯਹੀ ਆ ਯਹੀ ਆ ਯਹੀ ਆ ਯਾ ਇਹਦੀ ਪ੍ਰੈਕਟਿਸ ਕਰਨੀ ਪੈਗੀ कर लो 2 मिनट कर लो सो ਇਹਦੇ ਜਾਨੀ ਕਿ ਨਾ ਇਹਦੀ ਜਿਹੜੀ ਵੈਲਿਊ ਹੈ ਨਾ ਐਸ ਦੀ ਇਹਦੀ ਵੈਲਿਊ ਇਹਦੀ ਪਿਛਲੇ ਦੀ ਹੈ ਨਾ ਇਹਦੀ ਈਆ ਹੈਗੀ ਈਆ ਇਹਦੀ ਕੀਮਤ ਕੀ ਹੈ ਈਆ ਇਹਦੀ ਆਪਣੀ ਵਿਅੰਜਨ ਧੁਨੀ ਹੈ ਇਹਦੀ ਕੀ ਹੈ ਵਿਅੰਜਨ ਧੁਨੀ ਇਹਨੂੰ ਕਹਿ ਦਿੰਦੇ 32 ਵਿਅੰਜਨ ਹੁੰਦੇ ਆ ਨਾ ਵਿਅੰਜਨ ਧੁਨੀ ਆਪਣੀ ਧੁਨੀ ਜਿਹੜੀ ਮੂਰਖ ਧੁਨੀ ਜਿਹੜੀ ਹੈ ਇਹ ਪਹਿਲੇ ਜਦੋਂ ਅੱਖਰ ਚ ਆਵੇ ਨਾ ਆਪਣੀ ਇਹ ਧੁਨੀ ਇਹ ਕੱਢੇਗਾ ਜਿਵੇਂ ਹੈਗਾ ਯਕ ਹੈ ਨਾ ਯਕਦਮ ਇਹ ਫਾਰਸੀ ਦਾ ਹੈਗਾ ਯਕ ਅਰਜ਼ ਯਕ ਦਾ ਅਰਥ ਹੈ ਇੱਕ ਵਨ ਯਕ ਦਾ ਅਰਥ ਹੈ ਵਨ ਹੋਰ ਆਏਗਾ यह मन लायक न कहो करे यह हमारे पीर यह या इस आगे है यास ससेरा हो रहेगा यार सुन यार हमारे सज्जन हो रहेगा यकीन है जाप साहब यकीन है श्री गुरु ग्रंथ साहब यकीना ये है एक कौम है कि यहूदी ਉਹਨੂੰ ਕਹਿ ਦਿੰਦੇ ਆ ਚਲੋ ਇੱਥੇ ਨਾਲ ਲੱਗਦਾ ਕਹਿ ਦਿੰਦੇ ਆ ਯਹੂਦੀ ਉਹਨੂੰ ਇਸ ਤਰ੍ਹਾਂ ਲਿਖਿਆ ਜਾਏਗਾ ਸੋ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦਾ ਜਾਰ ਹੈ ਆ ਯਾਨੀ 네ਗੇਟਿਵ ਸੈਂਸ ਵਿੱਚ ਹੈ ਪੋਜ਼ਿਟਿਵ ਸੁਣ ਯਾਰ ਹਮਾਰੇ ਸੱਜਣ ਇਹ ਹੈਗਾ ਚੋਰ ਜਾਰ ਜੁਆਰ ਤੇ ਬੁਰਾ ਚੋਰ ਜਾਰ ਜੁਆਰ ਇਹਦੇ ਜਾਨੀ ਮੈਂ 네ਗੇਟਿਵ ਸੈਂਸ ਚ ਸੋ ਅਸੀਂ ਕਿਸੇ ਨੂੰ ਯਾਰ ਨਹੀਂ ਕਹਿਣਾ ਯਾਰ ਕਹਿਣਾ ਹੈ ਨਾ ਸੀਰੀਅਸ ਯਾਰ ਅੱਜਕੱਲ ਯਾਰ ਵੀ 네ਗੇਟਿਵ ਜੀ ਕਈ ਲੈ ਲੈਂਦੇ ਬੇਲ ਸਮਝਿਆ ਨਾ ਬੇਸਮਝੀ ਉਹੀ ਤਾਂ ਸਿਖਾਉਣਾ ਹੈ ਤੇ ਸੁਣ ਯਾਰ ਮੈਂ ਤੋ ਕੋ ਬੋਲਿਆ ਸੁਣ ਯਾਰ ਹਮਾਰੇ ਸੱਜਣ ਇੱਕ ਕਰਮ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਔ ਫਿਰਾਂ ਕੋ ਜਲਦੀ ਉਹ ਯਾਰ ਜਾਣੀ ਕਿ ਨਾ ਇੱਕ ਗੁਰਮੁਖ ਦੂਜੇ ਗੁਰਮੁਖ ਨੂੰ ਕਹਿੰਦਾ ਇੱਕ ਜਿਹੜਾ ਗੁਰਮੁਖ ਆ ਨਾ ਇੱਕ ਸਾਧੂ ਸੰਤ ਮਹਾਂਪੁਰਖ ਉੱਗਿਆ ਹੋਇਆ ਦੂਜੇ ਨੂੰ ਕਹਿੰਦਾ ਇਸ ਤਰ੍ਹਾਂ ਪਰਮੇਸ਼ਵਰ ਨੂੰ ਮਹਾਰਾਜ ਨੇ ਕਿਹਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਰਮੇਸ਼ਵਰ ਨੂੰ ਜਾਨੀ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਨਾ ਗਲਤੀ ਨਾਲ ਲਿਖਿਆ ਗਿਆ ਚੋਰੀ ਯਾਰੀ ਨਹੀਂ ਕਰਨੀ ਚੋਰੀ ਤੇ ਯਾਰੀ ਨਹੀਂ ਕਰਨੀ ਐ ਲਿਖਤਾ ਇਹ ਤੁਸੀਂ ਸਮਝੋ ਕਿ ਚੋਰੀ ਤੇ ਜਾਰੀ ਨਹੀਂ ਕਰਨੀ ਚੋਰੀ ਜਾਰੀ ਨਹੀਂ ਕਰਨੀ ਯਾਰੀ ਮਤਲਬ ਗੁਰਮੁਖਾਨਾ ਪਿਆਰ ਯਾਰੀ ਦਾ ਮਤਲਬ ਗੁਰਮੁਖਾਨਾ ਪਿਆਰ ਉਹਨਾਂ ਨਾਲ ਜਿੱਥੇ ਕੋਈ ਗੁਰੂ ਦੀ ਗੱਲ ਹੁੰਦੀ ਆ ਗੁਰਮੁਖ ਇਕੱਠੇ ਹੁੰਦੇ ਆ ਉੱਥੇ ਜਾਣਾ ਉਹਨਾਂ ਨੂੰ ਸਤਿ ਸ੍ਰੀ ਅਕਾਲ ਉਹਨਾਂ ਨਾਲ ਪਿਆਰ ਨਿਮ ਕੇ ਰਹਿਣਾ ਸਤਿਕਾਰ ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਪਿਆਰ ਬੱਚਿਆਂ ਸੋ ਇਹ ਯਕ ਯਾ ਯਾਸ ਯਾਰ ਯਾਰੜੇ ਦਾ ਸਾਨੂੰ ਯਕੀਨ ਹੈ ਜਾਪ ਸਾਹਿਬ ਆ ਯਕੀਨਾ ਮਾਰੂ ਰਾਹ ਚਾਹੇਗਾ ਔਰਤ ਯਕੀਨਾ ਔਰਤ ਯਕੀਨਾ ਹੈ ਇਹਦੀ ਜਾਨੀ ਵਿਅੰਜਨ ਤੋਂ ਨਹੀਂ ਆਪਣੇ ਆਹ ਸ਼ਬਦ ਆਉਣਗੇ ਇਹ ਮੈਂ ਤੁਹਾਨੂੰ ਦਿਖਾ ਦਿੱਤੇ ਹੋਰ ਕੋਈ ਇਹਨੇ ਇਹ ਕਹੇਗਾ ਹੱਲੇ ਯਾਰਾਂ ਉਹ ਵੀ ਆ ਹੱਲੇ ਯਾਰਾਂ ਖੁਸ਼ਖਬਰੀ ਉਹ ਖੁਸ਼ਖਬਰੀ ਪੈਸਾ ਬੈਠਾ ਹਾਂ ਸੈਕੰਡ ਸਪੇਸ ਤੇ ਆਉਂਦਾ ਮੁਕਤਾ ਇਹਦਾ ਪ੍ਰੋਨਾਂਸੀਏਸ਼ਨ ਸਾਊਂਡ ਕਿਸਨਾ ਹੈ ਇਹਦਾ ਮੇਰਾ ਹਾਹਾ ਜੋ ਯਾ ਹਾਹਾ ਮੁਕਤਾ ਹੈ ਸੈਕੰਡ ਹਾਊਸ ਦੇ ਥਰਡ ਹਾਊਸ ਯਾ ਨਹੀਂ ਕੋਈ ਗੱਲ ਨਹੀਂ ਇਹ ਹਜੇ ਆਪਾਂ ਉੱਥੇ ਪਹੁੰਚੇ ਨਹੀਂ ਫਿਰ ਵੀ ਨਾ ਆ ਅੱਖਰ ਹੈਗਾ ਹਾਹਾ ਆ ਅੱਖਰ ਇਹਦਾ ਹਾਹਾ ਇਹਦੀ ਮੈਂ ਧੁਨੀ ਦੱਸੀ ਸੀ ਹਾਂ ਫਿਰ ਬਣੂਗਾ ਯਹ ਅਸੀਂ ਜਹ ਹੋਰ ਤਰ੍ਹਾਂ ਹੀ ਮਤਲਬ ਨਾ ਚੱਲੀ ਜਾਂਦੇ ਜਹ ਹੈ ਨਾ ਜਹ ਵੇਖੋ ਜਹ ਨਹ ਇਹਨੂੰ ਜਹ ਐਂ ਕਰੀ ਜਾਂਦੇ ਜਹ ਨਹ ਇਹ ਬੋਲੀ ਜਾਂਦੇ ਦੁਲਾਵਾ ਜਹ ਸੋ ਇਹਦੀ ਬਦਲਣਾ ਧੁਨੀ ਜਿਹੜਾ ਹਾਹਾ ਨਾ ਇਹ ਪਾਰੇ ਦੀ ਨਹੀਂ ਆਈ ਅੱਲਾ ਇੱਥੇ ਨੋਟ ਕਰੋ ਪਾਰੇ ਦੀ ਨਹੀਂ ਆਈ
हाँ पारे दी न्याईयां वो पारा जिहड़ा ना बड़ा चंचल हुंदा काबू नहीं आउंदा इत्थे इहनूं गुड़ करवाए निकल जाएगा है ना इस तरह है कि भी इहदे साउंड नूं मतलब ना पकड़ना तुसीं यानी जो सामने लिखा वही फड़ना उन्होंने ग्रहण करना कैच करना ऐ देखो इत्थे हुक्म है अंदर सबको बाहर हुक्म ना कोई बाहर हाँ बाहर जो इत्थे साउंड है इत्थे कटनी है इत्थे इत्थे वही अगे होगी हदूर हाँ हदूर हवे को देखे हादरा हदूर है ऐसे सेंटर जा गया बाहर बाहर ऐसे आ गया जह हाँ जह बाहर हाँ हदूर यानी ये तिन्ना दी कोस है इत्थे तां ठीक बोल रहे हैं ऐसे इधर उधर ना साडी जीभ इधर उधर फिसल जाती है यदि मेहनत करनी है जिथे भी हाहा मुक्ता बात चवे सेकंड थाली या थर्ड थाली या चौथे थाली ਉਹਨੂੰ ਹ ਹੀ ਬੋਲਦਾ ਹੈ ਹਾਂ ਹਾਂ ਉਹਨੂੰ ਸਿਆਰੀ ਨਹੀਂ ਲਾਉਣੀ ਜਾਂ ਉਹਨੂੰ ਹਾਂ ਹਾਂ ਵੈਰੀ ਗੁੱਡ ਹਾਂ ਇਹ ਦਰਗਾ ਹਾਂ ਦਰਗਾ ਹਾਂ ਉਹਨਾਂ ਕੀ ਅਸੀਂ ਬੋਲਦੇ ਆ ਸ਼੍ਰੀ ਗੁਰੂ ਅੰਗਦ ਸਾਹਿਬ ਦਾ ਨਾਂ ਕੀ ਸੀਗਾ ਅਸੀਂ ਬੋਲੀ ਜਾਂਦੇ ਲਹਿਣਾ ਹੈ ਲੈ ਲੱਲੇ ਨੂੰ ਦਰਾਮਾ ਵੀ ਬੋਲੀ ਜਾਂਦੇ ਆ ਇਹਨੂੰ ਸਿਆਰੀ ਕਰੋ ਪਰੰਤੂ ਉਹਨਾਂ ਦਾ ਜਿਹੜਾ ਨਾਂ ਅਸਲ ਨਾਂ ਉਹਨਾਂ ਦਾ ਹੈ ਲਹਣਾ 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 ਇਹ ਤੁਹਾਨੂੰ ਨਾ ਹੁਣ ਉਪਰਾ ਜਾ ਲੱਗੂਗਾ ਇਹ ਵੇਖ ਨਾ ਬੋਰੀ ਇਹ ਪੁੱਠੇ ਨਾ ਜਾਂ ਜੋ ਵੀ ਹੈ ਉਜੜ ਚੱਲੇ ਇਹ ਮਤਲਬ ਜਿਹੜੀ ਹੈ ਨਾ ਸ਼ਬਦ ਮਨੁੱਖ ਦੀ ਖੁਦ ਗਵਾਹੀ ਕਰਦਾ ਸ਼ਬਦ ਇਹਦੇ ਉਹਦੇ ਪਿੱਛੇ ਲੱਗਣ ਦੀ ਲੋੜ ਨਹੀਂ ਉਹਦੇ ਇਹਦੇ ਪਿੱਛੇ ਲੱਗਣਾ ਉਹਦੀ ਸਾਊਂਡ ਕੀ ਆ ਮੁਹਾਰਨੀ ਜੋ ਨੂੰ ਕਿਵੇਂ ਪੜ੍ਹਦੇ ਆ ਹਾਂ 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 ਫਿਰ ਇੱਕ ਹੋਰ ਹੈਗੀ ਹੈ ਈ ਇਹ ਪੜਾਂਗੇ ਆਪਾਂ ਇਹ ਹਾਂ ਵੱਖਰੀ ਆ ਇਹਦੀ ਹੋਰ ਇਹਦੀ ਆਵਾਜ਼ ਹੈ ਆ ਇਹਦੀ ਆਵਾਜ਼ ਹਾਂ ਫਿਰ ਆ ਲਹਿਣਾ ਕਿਵੇਂ ਹੋ ਗਿਆ ਫਿਰ ਇਹਨੂੰ ਹਾਲ ਸੇ ਹਰੀ ਕੀ ਲੈਣਾ ਗਈ ਫਿਰ ਦੁਲਾਵਾਂ ਵੀ ਬੋਲਦੇ ਆ ਨਾਲ ਕਹਿਣਾ कहना कथन ना जाई ऐसी बोले जाने कहना लाओ जी आप कहना कहना कथन ना जाई कहना ਇਹਨੂੰ ਕਹਿੰਦੇ ਆ ਖੜੀ ਧੜੀ ਧੁਨੀ ਹੁਣ ਤੁਸੀਂ ਇਹਨੂੰ ਮੈਂ ਤੇ ਅਟਕਾ ਲਿਆ ਮੈਂ ਅਟਕ ਜਾਣਾ ਜੀ ਖੜੀ ਧੜੀ ਧੁਨੀ ਖੜੀ ਦਾ ਮਤਲਬ ਨਾ ਦੇਖੋ ਮੈਂ ਹੁਣ ਉਂਗਲੀ ਖੜੀ ਕਰਦਾ ਹੈ ਖੜੀ ਕਰਦੀ ਹੈ ਨਾ ਤੇ ਹੁਣ ਮੈਨੂੰ ਤੜਦਾ ਇਹ ਤੜ ਲਈ ਕਸ ਲਈ ਇਸੇ ਤਰ੍ਹਾਂ ਇਹਦਾ ਮਤਲਬ ਆ ਖੜੀ ਤੜੀ ਦਾ ਮਤਲਬ ਹੁੰਦਾ ਉਲਾਰ ਰਹਿਤ ਚਲੋ ਇਹਦੀ ਗੱਲ ਕਰਦੇ ਆ ਉਲਾਰ ਰਹਿਤ ਨਾ ਮਤਲਬ ਇਸ ਨੂੰ ਹਾਹੇ ਵਾਲੇ ਨੂੰ ਹਾਹੇ ਨੂੰ ਸਿਹਾਰੀ ਵਾਲੇ ਉਲਾਰ ਹੋਣਾ ਨਾ ਦੁਲਾਵਾਂ ਵੱਲ ਚੜਨਾ ਖੜੀ ਤੜੀ ਕਹਣਾ ਜਦੋਂ ਅਸੀਂ ਕਹਿਣਾ ਕਹਿੰਦੇ ਕਹਿ ਉਹ ਕਿਉਂ ਦੁਲਾਵਾਂ ਦੀ ਅੱਧੀਆਂ ਬੋਲ ਰਹੇ ਹੁੰਦੇ ਕਹਿਣਾ ਕਥਨ ਨਾ ਜਾਏ ਹਾਂ ਉਥੇ ਕੀ ਲਿਖਿਆ ਕਹਣਾ जिस पूर्व लिखे का रहना रहना ताकि संगत नानक रहता गुर सिखा रहता भाल के रहता कोलों ही मतलब ना रहता पहले प्रोफेसर साहब सिंह जी ने इस तरह लिखता रहता अपने टीके दे विच ना रहता रहते बिंदी लाउंदे आए हुण की करन लगे टिप्पी लाउण लगे ऐ है ताकि संगत नानक रहता ਜਾਨੀ ਜਿਹੜਾ ਕਿਰਿਆ ਮੂਲ ਹੈ ਇਹਨੂੰ ਕਹਿੰਦੇ ਆ ਕਿਰਿਆ ਮੂਲ ਸਿੰਘਾ ਰਾਰਾ ਤੇ ਹਾਹਾ ਜਿਵੇਂ ਕਰਦਾ ਜਿਹੜਾ ਕਿਰਿਆ ਮੂਲ ਹੈ ਲਿਖ ਲਓ ਕਿਰਿਆ ਮੂਲ ਇਹਨੂੰ ਧਾਤੂ ਵੀ ਕਹਿੰਦੇ ਆ ਸੰਸਕ੍ਰਿਤ ਦੇ ਵਿੱਚ ਇੰਗਲਿਸ਼ ਦੇ ਵਿੱਚ ਹੁੰਦਾ ਵਰਬਲ ਰੂਟ ਵਰਬ ਦਾ ਰੂਟ ਕੀ ਆ ਉਹ ਸ਼ੁਰੂ ਕਿੱਥੋਂ ਜਿਵੇਂ ਗੋ ਵਰਬਲ ਵਰਬ ਵੀ ਹੁੰਦਾ ਉਹਦਾ ਵਰਬਲ ਰੂਟ ਵੀ ਆ ਗੋ ਤੋਂ ਕੀ ਬਣੇਗਾ ਗੋਇੰਗ और की बनूंगा अतने जी गोज भी हैगा फादर भी ना तीन रूप ने गो गोइंग गोइज गोन ए आ ਇਹਨੂੰ ਕਹਿੰਦੇ ਵਰਬਲ ਰੂਟ ਹੈ ਵਰਬ ਇਹ ਤੇ ਇਹ ਖੜੀਆਂ ਕਰੀਆਂ ਸਟੈਂਡ ਕਿਰਿਆਵਾਂ ਦੇ ਨਾ ਸਟੈਂਡ ਕੀਤੀਆਂ ਗਈਆਂ ਇਸੇ ਤਰ੍ਹਾਂ ਮਤਲਬ ਕਰ ਜਿਹੜਾ ਨਾ ਕਰਦਾ ਪਾਪ ਮਿੱਤੇ ਇਸ ਤਰ੍ਹਾਂ ਹੁੰਦਾ
है ना, मरदा, करदा, मरदा, तरदा, इस तरह तो आऊगा रहता, ताकि संगत नानक रहता, यानी क्रिया मूल से कोई मतलब सियारी नहीं ला सकते, इनू कायदा नहीं कोई पढ़ता, करदा, करदा पाप मिते, इस तरह होता रहता, ये यानी कि ना पुरातन पंजाबी आ और ग्रामेटिकल ढंग नाल शुद्ध है, मतलब एवं साडी जीव कदे है है ना कोलों ही अपनी जिहड़ी जिवें असीं बोलते हैं ना वो जिक्र लिखी जाते हैं। श्री गुरु ग्रंथ साहिब दे विच और जिहड़ा व्याकरण आ वो क्रिया मूले नूं कहंदे आ, संस्कृत में से धातु बोलते हैं, धातु, और इंग्लिश दे विच वर्बल रूट जिन्हां दे वर्ब जिहड़े आ ना वो मतलब खड़े कीते जाते हैं ना, ईट है ना, ईटिंग और की ईटर, ये 5 दे बना के लियाओ घरों, चंगा 5 दे मतलब ना घर तो बना के लियाने आ, इंग्लिश दे होमवर्क कीता जी नहीं कीता। मैं इंग्लैंड गया, मैं एक सिंह नूं पुछया, मैं क्या होमवर्क कीता, वो कहते जी तुहानूं ज्ञानी जी इंग्लिश आउंदी है, मैं हाँ, कहते होम का की अर्थ आ, मैं होम का अर्थ घर ते घर का काम, कहता मैं तो 5 दिन हो गए घर ही नहीं गया, ऐसे गुरुद्वारे सेवा मेरी लगी है। सो ये ना समझना भी घर का काम मतलब जिहड़ा क्लास तो बाद क्लास वर्क, होमवर्क मतलब कमरे च जाके मैनू उल्टा घेरे, कहना होम तो इंग्लिश आती है, मैं आती है, कहते होम का अर्थ घर होंदा, मैं अगे तो ना तुहानूं मैं ना रूम वर्क कहा, मैं कल मैं रूम वर्क कर लो, चलो थोड़ा सा अगला की है स्टेप, वही गल करते हैं, पहले करने हैं ना भी, पहले तो जो अखीर से आवे ये करना है ना, वो बोलता ई आ, ये नोट कर लो एक नुक्का, नाले ना पाओ, अरे तो मतलब प्रशाते आटा ही गुझा है था, आटा ही गुझा है था, मैं कोई क्या लेके ना थोड़ा स्पष्ट हो जाएगा ना, कोई लीड लेके, ज़्यादा फैलती है से हाँ इतना मतलब 2 बीमारियां ने, उन्होंने साफ कर ली, कौन बीमारी साफ हो जाए, 2 होर ने, एक है कि खिज, एक केड़ी है खिज, खिज आउंदी है सानू भी होर गल्लां ना इन्ना चिर पढ़दे आ, एक हुंदा कहला, कहली, कहली भी छेती मतलब ना ज्ञान आ जाए, इन्हां तो बच के रहना, ढरमे नाल काम करना, सहज नाल ढरमे नाल गल नूं सुनो। हुण आपां हाहे दी गल करदे सी ना, सहज पाठ कही जांदे, सहज पाठ ऐ लिखी जाने ते दुलावा भी बोलने सहज, सो ये कोई लफ्ज ही नहीं है गुरबाणी च हाए नूं सहरी वाला, गुरबाणी दे विच लफ्ज की है सहज, सुने लागा सहज ध्यान, सहज सुने लागा सहज ध्यान, ये आ सहज आ सकता गुरबाणी च, औकड़ वाला आ सकता, तुलावा वाला है, यानी जज्जे नूं सिहारी वाला कोई शब्द ही नहीं है। ये सारे मतलब ना सियाने सियाने बंदे लिखी भी बैठे गुरुद्वारा साहिब दे सहज पाठ दी भेटा। मैं राजस्थान दे विच गया, उत्थे उन्होंने सही लिखा सहज पाठ इस तरह, वो कल एक ग्रंथी जी भी आए सी, अज आए ने वीर जी, हो नहीं आए, आए नहीं, अच्छा मतलब उन्होंने इस तरह सही लिखा सहज पाठ, ए तुसी भी मतलब नोट कर लो, यानी गुरबाणी जो ना इस तरह सहज पाठ है, जो लिखना हो सहज नहीं कहना, सहज, पहले पहले उपरा जो लगेगा, पहले असं भी सहज बोलते रहे, ऐसी गल नहीं, सहज बोलते रहे, हौली हौली जो खोज बल पे ध्यान नाल हुण कित्थे पहुंचे सी, यही जिहड़ा इस दा मतलब ना
ਜਿਹੜਾ ਮੁਕਤਾ ਜਿਹੀ ਹੈ ਉਹਦੀ ਗੱਲ ਕਰ ਲਈ ਜਦੋਂ ਆਰੰਭ ਤੇ ਆਵੇ ਹਨਾ ਪੂਰਾ ਬੋਲਣਾ। ਜਦੋਂ 2 ਨੰਬਰ ਤੇ ਕੰਨਾ ਆ ਜੇ ਇਸ ਨੂੰ ਉਦੋਂ ਈਆ ਬੋਲਣਾ। ਉਦੋਂ ਕੀ ਬੋਲਣਾ? ਈਆ 2 ਨੰਬਰ ਤੇ। ਜਦੋਂ ਆ ਪੱਬਾ ਇਹ ਨੂੰ ਕੰਨਾ ਆ ਗਿਆ ਕੀ ਬਣਿਆ? ਭਈਆ ਹਨਾ ਭਈਆ 137 ਅੰਕ ਤੇ ਆਉਂਦਾ। ਇਸ ਤਰ੍ਹਾਂ ਅਸੀਂ ਪੀਰਮ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਇਹ ਹੁੰਦਾ। ਇਹਦਾ ਬਣੂਗਾ ਪਛਈਆ ਸ਼ਈਆ ਮਾਤੇ ਮਾਲ ਮਲਈਆ। ਇਹ 4 ਸ਼ਬਦ ਉੱਥੇ ਆਉਂਦੇ ਆ ਲਈਆ। ਸੋ ਬਾਤ ਨਹੀਂ ਚੱਕ 4 ਲਵਈਆ ਭਈਆ ਲਵਈਆ ਈਆ ਜਾਜਕ ਨੇ 101 ਹੈ ਜੀ ਦੇਵਈਆ। ਇਹਨੂੰ ਮਤਲਬ ਨਾ ਦਵਈਆ ਨਹੀਂ ਪੜਨਾ, ਦੱਦੇ ਨੂੰ ਸਿਆਰੀ ਜ਼ਰੂਰ ਉਠਾਉਣੀ ਹੈ। ਦਿਵਈਆ ਸਾਰੇ ਬੋਲੋ ਜੀ ਦਿਵਈਆ 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 ਦੇਣ ਵਾਲਾ ਦਾਤਾ ਦਾਤਾ ਭਈਆ ਭਈਆ ਹਾਂ ਭਈਆ ਕੋਈ ਗੱਲ। ਸੋ ਹੋਰ ਵੀ ਜਈਆ ਇਹ ਆਉਣਗੇ ਪਰ ਇੱਕ ਮੈਂ ਤੁਹਾਨੂੰ ਜਦੋਂ ਨਾ ਇਹ ਨਾਉਨ ਆਵੇ ਨਾ ਉਦੋਂ ਭਈਆ ਹੁੰਦਾ ਜਦੋਂ ਨਾਉਨ ਆਵੇ। ਸੌਰੀ ਹਾਂ ਨਾਉਨ ਭਈਆ। ਜਦੋਂ ਇਹ ਵਰਬ ਆਵੇ ਭੱਟਾਂ ਦੇ ਸਵਈਆਂ 'ਚ ਵਰਬ ਉਦੋਂ ਭਈਆ ਹੋਏਗਾ। ਇਹਦਾ ਥੋੜਾ ਜਿਹਾ ਫਰਕ ਸਮਝ ਲੈਣਾ ਚੰਗਾ। ਇਹ ਓਨਲੀ ਇੱਕੋ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ 137 ਅੰਗ ਤੇ ਇਹ ਆਇਆ। ਇਹਦਾ ਉਚਾਰਨ ਹੈ ਜਵਾਨੀ ਯਾਦ ਕਰ ਲਓ। ਬਾਕੀ ਕਿਤੇ ਵੀ ਆਵੇ ਐ ਭਈਆ। ਸੋ ਜਈਏ ਦੀ ਜਿਹੜੀ ਬਹੁ ਭਾਂਤੀ ਵਰਤੋਂ ਆ ਇਹਦੇ ਆਪਾਂ ਕਰ ਰਹੇ ਹਾਂ ਗੱਲ। ਇਹ ਕੰਨੇ ਦੀ ਗੱਲ ਸੀ ਹਨਾ। ਕੰਨਾ ਮੁਕਤਾ ਜੇ ਜਈਆ 2 ਨੰਬਰ ਤੇ ਹਨਾ। ਪਹਿਲੇ ਮੈਂ ਲਿਖਿਆ ਸੀ ਨਾ ਯਹ ਦੇ ਵਿੱਚ ਯਹ ਨਹੀਂ ਕਹਿਣਾ ਤਲਾਵਾ ਯਹ ਹੈ ਨਾ। ਉਹ ਤਲਾਵਾ ਨਹੀਂ ਬੋਲਣਾ ਯਹ। ਇਹਦਾ ਜਈਏ ਦੀ ਆਪਣੀ ਦੁਨੀਆ ਜਦੋਂ ਹਾ ਇਹ 2 ਨੰਬਰ ਤੇ ਆ ਜੇ ਇਹ ਵੀ ਆ ਪਾਣੀ ਇਹ ਵੀ ਆ ਗੁਰਬਾਣੀ 'ਚ ਇਹ ਵੀ ਆ ਹਿੰਸਤ ਹੀ ਹੈ ਰਾਜ ਹਜ਼ਾਰੇ ਹੈ। ਇਹ ਜਾਨੀ ਇਹ ਇਸ ਤਰ੍ਹਾਂ ਜੇ ਬੋਲਣਾ ਹੈ। ਇੱਕ ਹੋਰ ਸ਼ਬਦ ਹੈ ਦੁਰਾਮਾ ਨਾਲ ਉਹ ਲਾਗਾ ਇਹਨਾਂ ਅਰਥਾਂ 'ਚ ਹੈ ਗਏ ਹੈ ਜਾਨੀ ਮਤਲਬ ਨਾ ਹਾਊਸ ਨੂੰ ਕਹਿੰਦੇ ਆ ਗਏ ਐਲੀਫੈਂਟ ਨੂੰ ਕਹਿੰਦੇ ਆ। ਇੱਥੇ ਜਾਨੀ ਕਿ ਘੋੜੇ ਦੀ ਗੱਲ ਆ ਹੈ। ਇਹ ਹੋਰ ਸ਼ਬਦ ਹੈਗਾ ਜੈ। ਇਹਦਾ ਹੈ ਜੈ ਇਹ ਉਚਾਰ ਇੱਕ ਜੈ ਇਹਨਾਂ ਅਰਥਾਂ ਵਾਲਾ ਜੈ ਵੀ ਐਸੀ ਗੱਲ ਇਹ ਵੀ ਆ। ਸੋ ਇਹਦਾ ਉਚਾਰਨ ਇਹਦੇ ਵਾਂਗ ਜੈ ਭੈ ਇਹ ਹੈਗਾ ਭੈ। ਜੈ ਦੇਵ ਜਿਹੜਾ ਨਾ ਸੌਰੀ ਜੈ ਦੇਵ ਇਸ ਤਰ੍ਹਾਂ ਵੀ ਲਿਖਿਆ ਗੁਰਬਾਣੀ ਦੇ ਵਿੱਚ ਭਗਤ ਜੀ ਦਾ ਨਾਮ ਤੇ ਇਸ ਤਰ੍ਹਾਂ ਵੀ ਆ ਭੈ ਵੀ ਆ। ਕਰੁਣਾ ਮੈਂ ਅੱਖਰਾਂ ਦੇ ਪਿੱਛੇ ਆ ਜਾਂਦਾ ਹੈ ਕਰੁਣਾ ਮੈਂ। ਇਹਨੂੰ ਮੈਂ ਵਾਂਗ ਨਾ ਮੈਂ ਇਸ ਤਰ੍ਹਾਂ ਬੋਲਣਾ ਜੈ ਜੈ ਹੈ। ਇਹ ਹੈ ਇਹ ਸੀ ਜਾਣੀ ਜਈਆ ਜਾਣੀ ਕਿ ਨਾ ਆ 1 ਨੰਬਰ ਤੇ ਆਊਗਾ ਫਰੰਟ ਤੇ ਹੈ ਨਾ ਇਹ ਆ ਹਨਾ। ਪਹਿਲੇ ਇਹਦੀ ਗੱਲ ਕੀਤੀ ਸੀ ਹੁਣ 2 ਨੰਬਰ ਤੇ ਆ ਗਿਆ ਮੁਕਤਾ ਹਨਾ। ਮੁਕਤੇ ਜਈਏ ਦੀ 2 ਤਰ੍ਹਾਂ ਦੀ ਵਰਤੋਂ ਆ ਨਾ। ਇੱਕ ਹੈ ਕਿ ਆਰੰਭ ਵਿੱਚ ਉਦੋਂ ਪੂਰਾ ਬੋਲਣਾ ਉਹ ਸਾਰੇ ਸ਼ਬਦ ਜਿਹੜੇ ਆਪਾਂ ਲਿਖੇ ਆ ਯਾਦ ਕਰੇ ਸਾਰੇ ਹਨਾ। ਜਦੋਂ ਮੈਂ 2 ਨੰਬਰ ਤੇ ਆ ਗਿਆ ਉਦੋਂ ਸਿਹਾਰੀ ਮਾਰ ਸੰਸਕ੍ਰਿਤ ਦੇ। ਤੀਜਾ ਕੰਨੇ ਵਾਲਾ ਹੋ ਗਿਆ ਹਨਾ। ਮੁਕਤੇ ਤੋਂ ਬਾਅਦ ਕੀ ਹੁੰਦਾ ਕੰਨਾ। ਉਹ ਕੰਨੇ ਵਾਲਾ ਆਪਾਂ ਕਰ ਲਿਆ ਇਹ ਸਾਰਾ। ਅਗਲੀ ਕਿਹੜੀ ਲਾਗ ਹੁੰਦੀ ਹੈ ਜੀ? ਸਿਹਾਰੀ ਸਿਹਾਰੀ ਹੈ। ਇਹਨੂੰ ਜਾਈਏ ਨੂੰ ਸਿਹਾਰੀ ਆ ਉਦੋਂ ਕਿਵੇਂ ਬੋਲਣਾ ਹਨਾ। ਇਹ ਸ਼ਬਦ ਆਉਂਦਾ ਇੱਕ ਇਹਦਾ ਹੈ ਦਈਏ। ਪੁਰਾਣੇ ਜਿਹੜੇ ਬਜ਼ੁਰਗ ਸੀ ਨਾ ਦਈ ਬੋਲਦੇ ਸੀ। ਹੁਣ ਮਿਸ਼ਨਰੀ ਪੀਰਾਂ ਨੇ ਨਾ ਜਿਹੜਾ ਤਲਵਾੜਾ ਸਾਹਿਬ ਨੇ ਲਿਖਿਆ ਉਹਨੂੰ ਅਡਾਪਟ ਕਰ ਲਿਆ ਉਹਨੂੰ ਮੰਨ ਲਿਆ ਉਹਦੇ ਅਨੁਸਾਰ ਚੱਲਦੇ ਆ। ਸੋ ਵੀ ਇਸ ਤਰ੍ਹਾਂ ਹੁਣ ਪ੍ਰਚਾਰ ਕਰਨ ਲੱਗੇ ਦਈਏ ਸੋ ਘਰ ਦਈਏ ਵਸਾਇਆ। ਬੋਲੋ ਦਈ ਦੇ 75 ਲਾ ਕੇ 5 ਇੱਥੇ ਜੋਰ ਲਾਉਣਾ 5 ਇੱਥੇ ਲਾਉਣਾ। ਦਈਏ ਨਹੀਂ ਬੋਲਣਾ ਕਈ ਬੋਲਦੇ ਦਈਏ ਦਈਏ। ਇਹ ਜਦੋਂ ਵਾਕ ਆਉਂਦਾ ਨਾ ਸਾਡੀ ਗਰਮ ਗਰਮ ਚਾਹ ਪੀਤੀ ਹੁੰਦੀ ਆ ਤੇ ਲਾਂ ਬੋਲ ਜਾਂਦੀ ਆ ਜਿੱਤ
पार ब्रह्म चित आया सो घर दईए इन्ना बस दईए वसाया। ਉਹਨੂੰ ਦਈਏ ਇਸ ਤਰ੍ਹਾਂ ਨਹੀਂ ਬੋਲਣਾ ਹੈ। ਇਹ ਤਾਂ ਸਾਵਧਾਨ ਰਹਿਣਾ। ਇਹਦੀ ਜਿਹੜੀ ਛੋਟੀ ਮਾਤਰਾ ਇਹ ਥੋੜਾ ਜ਼ੋਰ ਲਾਉਣਾ ਇਹਦੇ ਜ਼ੋਰ ਲਾ ਲਓ ਆਪਣੀ ਆਵਾਜ਼ ਨੂੰ ਇਹਦੇ ਟਿਕਾ ਲਓ ਇਹਨੂੰ ਬੋਲੀ ਚ ਬੋਲ ਦਈਏ ਅੱਛਾ ਦਈਏ। ਇੱਕੋ ਵਾਰ ਸੋਠ ਰਾਗ ਦੇ ਵਿੱਚ ਆਉਂਦਾ ਔਰ ਗੌੜੀ ਕੀ ਬਾਰ ਦੇ ਵਿੱਚ ਨਾ ਗੌੜੀ ਕੀ ਵਾਰ ਵਿੱਚ 3-4 ਵਾਰ ਆਉਂਦਾ ਹੈ। ਗੌੜੀ ਕੀ ਬਾਰ ਲਿਖ ਲਈਦਾ ਹੈ ਨਾ गौड़ी की बार ते विच आउंदा ते सोठ राग विच सो घर दईए वसाया। ये तुकां लिख लै ना ते तुकां लिख लोगे वेले होने काम भी करते कोई यानी ये होमवर्क आ होमवर्क मतलब बाहर नहीं है ना बाहर नहीं। अगला की होता वीर जी बिहारी ये आशा की बार बिचा दुई कुदरत साची है दुई ਇਹਦਾ ਇੱਥੇ ਮੈਂ ਲਿਖ ਦੂੰ ਨਾ ਦੁਈ ਮਿਸ਼ਨਰੀ ਵੀਰਾਂ ਨੇ ਤਿਆਰ ਕੀਤਾ ਤਰਵਾਲਾ ਸਾਹਿਬ ਨੇ ਠੀਕ ਹੈ। ਇਹਨੂੰ ਦੁਈ ਨਹੀਂ ਕਹਿਣਾ ਦੁਈ दुई कह के नाल ही जोड़ना है। बोलो दुई दुई ई दुई दुई ई फिर इकट्ठा करते हो दुई जेब ढिली ना पवे दुई लगता ना जोर बताओ कल मैंने सेव देते सी अज काफी लेट हो गए। अगे की अगे की ਹੁੰਦਾ ਵੀਰ ਔਂਕੜ ਵਾਲਾ ਜੀ ਪਿੱਛੇ ਆ ਜੀ। ਇਹ ਜਾਨੀ ਅੱਜ ਕੱਲ ਦੀ ਜਿਹੜੀ ਪੰਜਾਬੀ ਆ ਨਾ ਇਹਦੇ ਵਿੱਚ ਇਹਦੀ ਵਰਤੋਂ ਬੰਦ ਵਾਂਗ ਹੀ ਆ ਤੇ ਗੁਰਬਾਣੀ ਵਿੱਚ ਇਹਦੀ ਭਰਪੂਰ ਵਰਤੋਂ ਹੈ ਭਰਪੂਰ ਬਹੁਤ ਜ਼ਿਆਦਾ। ਔਰ ਬੱਚੇ ਜਿਹੜੇ ਆ ਨਾ ਜਈਆ ਦੇਖ ਕੇ ਨਾ ਉਹ ਡਰ ਜਾਂਦੇ ਆ ਇਹ ਕਦੇ ਅੱਗੇ ਤਾਂ ਆਇਆ ਨਹੀਂ ਕਿੱਥੋਂ ਹਨਾ। ਤੇ ਜਿਹੜੇ ਸਾਡੇ ਭਾਈ ਸਾਹਿਬ ਬੋਲ ਕੇ ਨਾ ਦਈਓ ਬੋਲ ਦਈਓ ਉਹਨੂੰ ਪਤਾ ਹੀ ਲੱਗਦਾ ਵੀ ਹੈ ਦਈਓ ਤੇ ਕਿੱਥੇ ਲਿਖਿਆ ਇਹਦਾ ਦੱਜ ਲਿਖਿਆ ਹਨਾ। ਸੋ ਇਹ ਲਿਖ ਕੇ ਸਮਝਾਉਣਾ ਲਿਖੇ ਤੇ ਨਾ ਇਹ ਬੋਲਣਾ ਜਿਹੜਾ ਨਾ ਬੋਲ ਕੇ ਦੱਸਣਾ ਉਹ ਤਾਂ ਹਾਈ ਕਲਾਸਾਂ ਵਾਸਤੇ ਹੁੰਦਾ। ਜਿਹੜੇ ਸਿਖਾਂਦਰੂ ਆ ਬਿਗਨਰ ਨੇ ਉਹਨਾਂ ਦਾ ਇਹਦਾ ਦਈਓ ਦਈਓ ਇਹਦੇ ਉਹਦਾ ਔਂਕੜ ਇਹਨੂੰ ਮਤਲਬ ਦਈਓ ਨਹੀਂ ਬੋਲਣਾ ਦਈਓ ਇਹ ਗਲਤ ਵੀ ਲਿਖ ਲਈਦਾ ਚੰਗਾ ਇਹ ਨਹੀਂ ਬੋਲਣਾ। ਉਹਦੇ ਦਾ ਮੂੰਹ ਖੋਲਣਾ ਨਹੀਂ ਬੰਦ ਰੱਖਣਾ ਆਪਣਾ ਵੀ ਬੰਦ ਦਈਓ ਦਈਓ ਹੁਣ ਆਪਣਾ ਮੂੰਹ ਖੋਲਾਂਗਾ ਦਈਓ ਰੌਂਗ ਦਈਓ ਇਹ ਆਊਗਾ ਗੁਰਬਾਣੀ ਇਹ ਦਈਓ ਵਿਸਾਰ ਵਿਗੁਚਣਾ ਹੈ ਨਾ ਦਈਓ ਵਿਸਾਰ ਵਿਗੁਚਣਾ। ਇਹ ਦੋ ਸ਼ਬਦ ਨੇ ਕਹੇਗਾ ਦਈ ਨਿੰਦਕ ਕੋ ਦਈ ਛੋਟਾ ਹੈ ਨਾਹੇ। ਇਹਦਾ ਵੀ ਥੋੜਾ ਜਿਹਾ ਨਾ ਹੈ ਪੰਥ ਵਿੱਚ ਵਿਦਵਾਨਾਂ ਚ ਆ ਇੱਕ ਸ਼ਬਦ ਦਾ ਉਹਨਾਂ ਅਰਥਾਂ ਦਾ ਇਹ ਹੈ ਅੰਤ ਮੁਕਤਾ ਆ ਅੰਤ ਬਿਹਾਰੀ ਵਾਲਾ ਹੈ ਨਾ ਅੰਤ ਮੁਕਤਾ ਕਪਤ ਇੱਕ ਵਚਨ ਦਾ ਲੱਗਾ ਹੁੰਦਾ। ਸੋ ਜਿਵੇਂ ਹੈਗਾ ਨਾ ਮੈਂ ਇੱਥੇ ਦੇਖਦਾ ਇੱਕ ਸ਼ਬਦ ਹੈਗਾ ਭਾਈ ਇੱਕ ਹੈਗਾ ਭਾਇਰ ਭਾਇਰ ਬਾਪ ਨਾ ਮਾਓ ਨਾ ਭਾਇਰ ਵੀ ਮਤਲਬ ਨਾ ਲਹਿੰਦੀ ਪੰਜਾਬੀ ਦੇ ਵਿੱਚ ਬ੍ਰਦਰ ਨੂੰ ਕਹਿੰਦੇ ਆ ਔਰ ਭਾਈ ਵੀ ਬ੍ਰਦਰ ਨੂੰ ਕਹਿੰਦੇ ਆਪਾਂ। ਫਰਕ ਕੀ ਹੈ ਇਹਨਾਂ 'ਚ ਇੱਕ ਮਤਲਬ ਹੈ ਔਂਕੜ ਨਾਲ ਆ ਰਿਹਾ ਨਾ ਇੱਕ ਬਿਹਾਰੀ ਵਾਲਾ। ਸੋ ਕਈ ਇਹਨਾਂ ਨੂੰ ਦੋਹਾਂ ਦੀ ਰਲ ਕੱਟ ਕਰੀ ਜਾਂਦੇ ਆ ਉਹ ਸਮਝ ਨਹੀਂ ਆਉਂਦੀ। ਸੋ ਇਹ ਜਿਹੜਾ ਹੈ ਨਾ ਇਹ ਅਲੱਗ ਸ਼ਬਦ ਦਾ ਦਈਓ ਦਈ ਅਲੱਗ ਸ਼ਬਦ ਦਾ ਮੀਨਿੰਗ ਦੋਹਾਂ ਦਾ ਪ੍ਰੇਰਕ ਪਹਿਲੇ ਦਿਨ ਤੱਕ ਕੋ ਦਈ ਛੋਟੇ ਨਾ ਇਹ ਤਾਂ ਸੌਖਾ ਹੀ ਪੜ੍ਹਦੇ ਆਪਾਂ ਪਰ ਥੋੜੀ ਮੈਂ ਡੂੰਘੀ ਗੱਲ ਜਿਹੜੀ ਨਾ ਫਿਲਾਸਫੀ ਦੀ ਇਹ ਕਈ ਵੀਰ ਨਾ ਦੋਹਾਂ ਨੂੰ ਇੱਕੋ ਮੰਨ ਕੇ ਨਾ ਮੀਨਿੰਗ ਦੋਹਾਂ ਦਾ ਇੱਕੋ ਆ ਰੂਪ ਵਿੱਚ ਫਰਕ ਆ ਤੇ
ਤੇ ਉਚਾਰਨ ਵਿੱਚ ਫਰਕ ਜਿਹੜਾ ਹੈ ਕਾਇਮ ਰਹੇਗਾ। ਅੱਗੇ ਕੀ ਹੈ ਜੀ? ਰੈਂਕੜ ਪਿਊ ਹੈ ਨਾ, ਪਿਊ ਦਾਦੇ ਜਿਵੇਂ ਹਾਂ ਨਾ ਪਿਊ। ਭਾਈ ਸਵਾਲ ਪੁੱਛਣਾ ਹੈ। ਉਹ ਜਿਹੜੀ ਹੁਣ ਪਹਿਲਾਂ ਸੀ ਆਹ ਦੱਦਾ ਜੇ ਨੂੰ ਔਂਕੜ ਹੈ ਨਾ, ਲਾਸ ਅੱਖਰ ਤੇ ਔਂਕੜ ਬੋਲਦੀ ਨਹੀਂ ਹੁੰਦੀ, ਸਿਰਫ ਹਾਹੇ ਤੇ ਬੋਲਦੀ ਆ ਤੇ ਊੜੇ ਤੇ ਬੋਲਦੀ ਆ। ਹੁਣ ਜੇ ਤੇ ਵੀ ਬੋਲਦੀ ਹੈ ਕਿਹੜਾ ਨੇ? ਜਿਵੇਂ ਸੁੱਖ ਸਸੇ ਨੂੰ ਔਂਕੜ, ਖੱਖੇ ਨੂੰ ਔਂਕੜ, ਸੁੱਖ ਉਹ ਔਂਕੜ ਨਹੀਂ ਬੋਲਦੀ। ਇਸ ਤਰ੍ਹਾਂ ਮਤਲਬ ਦਈਓ ਨੂੰ ਔਂਕੜ ਨਹੀਂ ਬੋਲਣਾ, ਪਰ ਇਧਰ ਹੁਣ ਦਈਓ ਤੇ ਫਿਰ ਔਂਕੜ ਬੋਲਦੀ ਨਾ। ਹਾਂ ਬੋਲਦੀ ਆ। ਫਿਰ ਤਾਂ ਮੈਂ ਹਾਹੇ ਤੇ ਬੋਲਦੀ ਆ, ਊੜੇ ਤੇ ਬੋਲਦੀ, ਜੇ ਤੇ ਬੋਲਦੀ ਆ। ਹਾਂ ਜਿੰਨਾ ਤੇ ਬੋਲਦੀ ਨਾ। ਹਾਂ ਫਿਰ ਪਿੱਛੇ ਜਦੋਂ ਇਹ ਊੜੇ ਦਾ ਫੰਕਸ਼ਨ ਅਦਾ ਕਰੇਗਾ ਉਦੋਂ ਬੋਲੇਗੀ। ਬਹੁਤ ਅੱਛਾ ਸਵਾਲ ਹੈ। ਹਾਂ ਜਦੋਂ ਇਹਦਾ ਵਿੱਚੋਂ ਊੜਾ ਨਿਕਲੇਗਾ ਨਾ ਤਾਂ ਬੋਲਦੀ ਆ। ਉਹ ਜਈਆ ਦਾ ਖਤਮ ਹੋ ਗਿਆ। ਨਹੀਂ ਮੇਰਾ ਮਤਲਬ ਆ ਜਦੋਂ ਹੁਣ ਔਂਕੜ ਆਉਂਦੀ ਲਾਸਟ ਵਰਡ ਤੇ ਸਾਰੇ ਔਂਕੜ ਬੋਲਦੇ ਨਹੀਂ, ਸਿਰਫ ਹਾਹੇ ਤੇ ਬੋਲਦੀ ਆ ਤੇ ਊੜੇ ਤੇ ਬੋਲਦੀ ਆ ਤੇ ਜਈਏ ਤੇ ਬੋਲਦੀ ਆ। ਜਈਏ ਤੇ ਨਹੀਂ ਬੋਲਦੀ, ਫਿਰ ਊੜੇ ਚ ਕਨਵਰਟ ਹੋ ਜਾਂਦਾ ਨਾ ਉਹਦਾ। ਫਿਰ ਜਈਆ ਤਾਂ ਰਿਹਾ ਕੋਈ ਨਾ, ਕੁਝ ਗੱਲ ਨਹੀਂ ਆ। ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖੋ ਵੀ ਜਈਏ ਨੂੰ ਔਂਕੜ ਹੋਵੇ ਨਾ ਉਦੋਂ ਊੜੇ ਚ ਕਨਵਰਟ ਹੋ ਕੇ ਊੜੇ ਨੂੰ ਬੋਲਦੀ ਆ। ਜੇ ਜਈਏ ਨੂੰ ਔਂਕੜ ਬੋਲਣਾ ਫਿਰ ਹੋਊਗਾ ਦਾਜੋ। ਇਹ ਨਹੀਂ ਗੱਲ ਹੈ ਜਿਵੇਂ ਸੁੱਖੋ, ਇਹ ਗੱਲ ਨਹੀਂ ਹੈ। ਸੋ ਆ ਇਹਦੇ ਊੜਾ ਬਹੁਤ ਅੱਛਾ ਹੈ। ਇਹ ਜਿਹੜਾ ਨਾ ਆ ਹੈ, ਇਹਦੀ ਕੀਮਤ ਜਿਹੜੀ ਹੈ ਨਾ, ਇਸ ਦੀ ਕੀਮਤ ਇਹਦੀ ਹੁਣ ਯੋ ਨਹੀਂ, ਇਹਦੀ ਕੀਮਤ ਇਹਦਾ ਉਚਾਰਨ ਹੈ ਈਓ। ਇਹਦਾ ਉਚਾਰਨ ਸੀਗਾ ਈ ਆ, ਈ ਦੇ ਨਾਲ ਆ, ਕਿਉਂਕਿ ਕੰਨਾ ਜਿਹੜਾ ਐਡੀ ਨੂੰ ਲੱਗਦਾ, ਊੜੇ ਨੂੰ ਕੰਨਾ ਨਹੀਂ ਲੱਗਦਾ ਹੈਨਾ। ਊੜੇ ਨੂੰ ਕੰਨਾ ਨਹੀਂ ਲੱਗਦਾ, ਔਂਕੜ ਆਊਗਾ। ਸੋ ਇਹ ਹੈਗਾ ਦਈਓ। ਇਹ ਕਹਿ ਸਕਦੇ ਹੋ ਵੈਰੀ ਗੁੱਡ, ਬਹੁਤ ਅੱਛਾ ਹੈ ਵੀ ਹਾਏ ਨੂੰ ਔਂਕੜ ਦੀਆਂ ਦੋ ਕਿਤੇ ਇਹਦੇ ਦੋ ਉਹ ਨੇ ਰੋਲ, ਕਿਤੇ ਬੋਲਣਾ ਵੀ ਹੈ ਕਿਤੇ ਛੱਡਣਾ। ਦੋ ਇਹਦੇ ਢੰਗ ਨੇ, ਦੋ ਅਸੂਲ ਨੇ, ਉਹ ਦੱਸਾਂਗੇ ਹੈਨਾ। ਬਾਕੀ ਜਿਹੜੇ ਐੜੇ ਤੇ ਈਬੜੀ ਨੂੰ ਔਂਕੜ ਹੁੰਦਾ ਨਹੀਂ, ਕੱਲ ਵੀ ਦੱਸਿਆ ਸੀ ਨਾ। ਸੱਸੇ ਔਂਕੜ ਤੋਂ ਲੈ ਕੇ ਰਾੜੇ ਔਂਕੜ ਤੱਕ ਇਹ ਸਾਰੇ ਔਂਕੜ ਜਿਹੜੇ ਆ ਸਾਇਲੈਂਟ ਨੇ। ਜਈਏ ਨੂੰ ਔਂਕੜ ਜਈਆ ਵਿੱਚ ਹੀ ਆ ਗਿਆ, ਇਹਦੀ ਆਪਣੀ ਕੋਈ ਆਵਾਜ਼ ਨਹੀਂ ਨਾ, ਯੋ ਨਹੀਂ ਹੈ। ਇਹ ਈਓ ਚ ਬਦਲ ਜਾਂਦਾ, ਤਾਂ ਕਰਕੇ ਤੁਸੀਂ ਹਾਂ ਰੱਖ ਲਓ ਇਹਨੂੰ, ਨੋਟ ਲਿਖ ਲਓ ਵੀ ਜਈਆ ਹੈ, ਨੋਟ ਲਿਖ ਸਕਦੇ ਹੋ, ਠੀਕ ਹੈ। ਜਈਏ ਨੂੰ ਔਂਕੜ ਜਿਹੜਾ ਨਾ, ਜਈਏ ਨੂੰ ਔਂਕੜ ਦੀ ਕੀਮਤ ਹੈ ਨਾ, ਈਓ ਹੁੰਦੀ ਹੈ। ਫਿਰ ਉਹਦੀ ਜਈਏ ਦੀ ਹੋਂਦ ਖਤਮ ਹੋ ਜਾਂਦੀ। ਜਿਵੇਂ ਦਹੀਂ ਸੀ ਨਾ, ਦਹੀਂ ਦਾ ਦੁੱਧ ਬਣ ਗਿਆ। ਹੁਣ ਦਹੀਂ ਦਾ ਦੁੱਧ ਬਣਦਾ ਹਾਂ ਜਾਨੀ ਹੁਣ ਮਤਲਬ ਨਾ, ਦੁੱਧ ਜਿਹੜਾ ਸੀ ਨਾ, ਇਹ ਹੁਣ ਦੁੱਧ ਨਹੀਂ ਰਿਹਾ ਜਈਆ, ਇਹ ਦਹੀਂ ਬਣ ਗਿਆ। ਆ ਦਹੀਂ ਤੇ ਬਿੰਦੀ ਨਹੀਂ ਹੁੰਦੀ, ਚੰਗਾ ਜੀ। ਦਾਈ ਜਾਂਦੇ ਆ ਬੇੜੋੜੀ ਬਿੰਦੀ, ਦਹੀਂ ਭਾਤ ਖਾਏ ਜੀ। ਇਹ ਵੀ ਯਾਦ ਰੱਖਿਓ, ਪੁਰਾਤਨ ਜਿਹੜੀ ਹੈ ਨਾ ਨਹੀਂ ਹੈ। ਹਾਂ ਕਿਉਂਕਿ ਮਤਲਬ ਨਾ ਦੱਧ ਤੋਂ ਬਣੀ ਹੈ, ਦਦੀ ਇਹਨੂੰ ਕਹਿੰਦੇ ਆ, ਦਦੀ। ਜਿਵੇਂ ਤੁੱਧ ਨੌ, ਧਿਆਨ ਦਿਓ, ਤੋਹ ਨੌ, ਧੱਦਾ ਤੇ ਹਾਂ ਆਪਸ ਵਿੱਚ ਬਦਲ ਜਾਂਦੇ ਆ। ਇਹ ਦਦੀ ਦਾ ਕੀ ਬਣ ਗਿਆ? ਦਹੀਂ ਹੈ। ਜਿਵੇਂ ਤੁੱਧ ਦਾ ਕੀ ਬਣ ਗਿਆ? ਤੋਹ, ਗਾਵ ਨੂੰ ਤੁੱਧ ਨੌ ਤੇ ਤੋਹ ਨੌ, ਧੱਦਾ ਤੇ ਹਾਂ ਆਪਸ ਵਿੱਚ ਇਸ ਦੀ ਰੀਪਲੇਸਮੈਂਟ ਹੋ ਜਾਂਦੀ, ਆਪਸ ਵਿੱਚ ਬਦਲ ਜਾਂਦੇ। ਤਾਂ ਗੁਰਬਾਣੀ ਵਿੱਚ ਦੱਧ ਮੱਥੀਏ ਹੈਗਾ, ਦੱਧ ਮੱਥੀਏ। ਆਪਾਂ ਕਹਿੰਦੇ ਆ ਤੁਹਾਡੇ ਦੁੱਧ ਦੱਧ ਹੈਗਾ, ਉਹ ਦੱਧ ਕੋਈ ਨਹੀਂ ਹੁੰਦਾ, ਦੱਧ ਵੀ ਸ਼ਬਦ ਹੁੰਦਾ, ਦਹੀਂ ਨੂੰ ਕਹਿੰਦੇ ਆ। ਇਹਦੇ ਬਿੰਦੀ ਲਾਉਣੀ ਮਤਲਬ ਨਾ ਬੇਲੋੜੀ ਬਿੰਦੀ ਹੈ। ਐਤਵਾਰ ਤੇ ਬਿੰਦੀ ਲਾਈ ਜਾਂਦੇ ਆ ਉੱਥੇ, ਜਿਹੜਾ ਮਾਨਸਾ ਦੇ ਵਿੱਚ ਐਤਵਾਰ ਕਹੀ ਜਾਂਦੇ ਆ, ਨੋ ਬਿੰਦੀ। ਪੈਸਾ ਕਈਆਂ ਨੂੰ ਪੈਸਾ ਟਕਾ ਹੈਗਾ, ਪੈਸਾ। ਸੋ ਇੱਥੇ ਦਹੀਂ ਤੇ ਬਿੰਦੀ ਤੇ ਕੋਈ ਨਾ ਅਸੂਲ ਹੈ, ਇਹ ਨੋਟ ਕਰ। ਆ ਸਾਰਾ ਉਹ ਕਾਰਨ ਵੀ ਦੱਸਦਾ ਮੈਂ। ऐसे तो लैंग्वेज है, तो बात क्या आएगा? हाँ ला, जो पिछले पदे हैं ना, मुझे ये ऐसा बताओगे गुरबाणी, मुझे रमैये
रमैये थोड़ा जा ना अधिक भी आ सकता रमैये ये है ये आए अगला की है जी दो लामा दत्ता जाइए तो लामा कहता है दही है ना ये देखो मतलब ला जी सिर्फ ईडी नूं ईवड़ी नूं ला लगती है ना इत्थे ऐड़ा ते ऊड़ा नहीं है ना इत्थे ऐड़े नूं दो लावां लगदियां ने है ना इत्थे की नहीं आया ऊड़ा ते ईवड़ी अलोप ने थे भज गए बेचारे मैं जुग जुग दईए सेवड़ी दईए का अर्थ होंदा प्रेरक प्रेरक है ना प्रेरक दी दी दे अर्थ जाऊगा मतलब नौ कह गया सी दी दे मैं जुग जुग दईए सेवड़ी मैं हर समय मतलब ना परमेश्वर दी प्रेरक दी सेवा करती हाँ गुरकट्टी करता हाँ या जो भी चल रहा है यानी ये ध्यान दिओ आ तीन अखर ने है ध्यान इनू दईओ क्यों होता है ना दईओ क्यों होता क्योंकि ये ऐड़े नूं औंकड़ नहीं होता ऐड़ा नहीं इत्थे आ सकता ईवड़ी नूं औंकड़ नहीं होता तां करके उड़ाएगा ऐड़े नूं ला नहीं हुंदी ऊड़े नूं ला नहीं हुंदी ला किहनूं हुंदी आ इत्थे ईड़ी आऊगी ऐ दोने सही ऐड़े नूं दुलावां हुंदियां ने है ना ऊड़े नूं दुलावां नहीं हुंदियां ईवड़ी नूं दुलावां नहीं हुंदियां इत्थे वो भज गए ते है ही नहीं इत्थे ਇਹਦਾ ਧਿਆਨ ਦੇਣਾ ਹੈ ਪਿਛਲੇ ਦਾ ਕੱਲੇ ਦਾ ਪਿਛਲੇ ਕੱਲੇ ਦਾ ਇਹਦਾ ਇਹਨੂੰ ਆਪਣੇ ਦਿਮਾਗ ਵਿੱਚ ਨਾ ਬਹਾ ਲਓ ਚੰਗੀ ਤਰ੍ਹਾਂ ਬਹੁਤ ਮੁਸ਼ਕਿਲ ਹੈ ਉਹਦੇ ਵਿੱਚ ਜਾਣੀ ਕਿ ਨਾ ਇਹ ਪੈਕ ਕਰਕੇ ਰੱਖੇ ਹੋਏ ਆ ਚੰਗਾ ਅੱਜ ਮੈਂ ਹਿੰਦੀ ਦਾ ਤੁਹਾਨੂੰ ਦੱਸਦਾ ਨਾ ਹਿੰਦੀ ਦੇ ਵਿੱਚ ਉੱਤਮ ਜਿਹੜਾ ਸਾਡੇ ਨਾ ਊੜੇ ਨੂੰ ਔਂਕੜ ਤੱਤਾ ਮੰਮਾ ਹੈਗਾ ਉੱਤਮ ਉਧਰ ਊੜੇ ਨੂੰ ਮਤਲਬ ਔਂਕੜ ਨਹੀਂ ਹੈ ਵਿੱਚ ਉਹਦੇ ਔਂਕੜ पैक किया होया भाषा के घाड़िया ने उत्तम और हिंदी के औंकड़ होंदा गुरु कहते हैं गुरु सैपरेट होंदा बाहर दिसदा आ उहदे विच मतलब ना पैक किया होया इस तरह हिंदी की ईवड़ी है इसकी कीमत हैगी ई ਇਹਦੀ कीमत ई है ऊ दी कीमत हैगी है उड़े औंकड़ ਇਹ भी नोट करना ही रहना है ਇਹਦੀ ਜਿਹੜੀ कीमत आ ना हिंदी के ता की कीमत की है वो की कीमत है औंकड़ ਉਹਦੇ ਵਿੱਚ है हैगी जो ईस लिखना ना उदो ये है सॉरी इस लिखना ना इस तरह लिखा जाएगा इस तो ईस लिखना इत्थे आ जी मैं भुल गया सी सॉरी नोट कर लो एस दी कीमत ए कीमत ए इथों मतलब उधरों आए नहीं ना संस्कृत चों गल्लां सो है ऊड़े औंकड़ की कीमत है आगे समझ कोई नहीं हिंदी मतलब ऊड़े नूं औंकड़ कहते हैं मेरे ते विश्वास कर दो नहीं यही उत्तर हिंदी नहीं जानते मैं जानता मेरे जे नहीं करना किसी और तो पूछ रहे हो कोई गल नहीं भी ਉਹਦੇ ਵਿੱਚ ਨਾ ਊੜੇ ਨੂੰ ਔਂਕੜ नहीं लगी होंदी है सैपरेट है ਉਹਦੇ ਵਿੱਚ ਹੀ उत्तम है उत्तम आवाज ਉਹਨਾਂ ਦਾ इस तरह ਸਾਡਾ यही ਆ मतलब ना ਉਹਦੇ ਵਿੱਚ ई नहीं ਵਿੱਚ ਲੁਕੇ ਹੁੰਦੇ ਇਹਦੇ ई ਆ ਇਹਦੇ ਵਿੱਚ ਅੱਗੇ ਕੀ ਹੈ ਜੀ ਅਗਲਾ ਸਟੈਪ घोड़ा कहाँ भयो जो दो लोचन मुंह के कहाँ भयो हाँ भयो एक होंदा जयो जय जग में जयो जयो है जयो अपना मुंह भी खोलो ना उड़े दा भी खोलदा भयो ਅਸੀਂ ਬੋਲਦੇ ਆ भयो ਇਹ ਉਚਾਰਨ ਜਿਹੜਾ ਨਾ ਇਹ ਤਾਂ ਇਹ ਉਚਾਰਨ ਨਹੀਂ ਹੈ ਥੋੜਾ ਦਾ ਮੂੰਹ ਖੋਲਣਾ ਆਪਣਾ ਵੀ ਬੋਲਣਾ भयो जयो खोलना थोड़ा या मक्खी ना बिच पै जे साफ जा मक्खियां फिर इंडिया च बड़ियां मक्खियां ओदे फिर चौर साहब ताइयों रखियां लोड़ा आगे की है लोड़ा लोड़ा नौड़ा है
ਸੋ ਇਸ ਦਾ ਜੀ ਉਚਾਰਨ ਹੈ ਭਏ ਆਓ, ਐਵੇਂ ਕਨੌੜਾ ਭਏ ਆਓ, ਕਿਉਂਕਿ ਊੜੇ ਨੂੰ ਕਨੌੜਾ ਨਹੀਂ ਹੁੰਦਾ ਨਾ, ਇਹ ਕਦੀ ਵੀ ਐੜੇ ਨੂੰ ਕਨੌੜਾ ਨਹੀਂ ਹੁੰਦਾ। ਹਾਂ ਈਵੜੇ ਨੇ ਐੜਾ ਤਾਂ ਆਈ ਗਿਆ ਨਾ। ਵੈਰੀ ਗੁੱਡ ਪ੍ਰੋਫੈਸਰ ਸਾਹਿਬ। ਪੰਜਾਬੀ ਸਕੂਲ ਖੋਲਿਆ ਨਾ। ਇੱਕ ਵਿਰਾਸਤ, ਇਹ ਆਪਣੀ ਵਿਰਾਸਤ ਨੂੰ ਸਮਝਣ ਦੀ ਗੱਲ ਹੈ। ਅਸੀਂ ਨਾ ਨੈਗੇਟਿਵ ਸੋਚ ਲੈਂਦੇ ਆ ਵੀ ਇਹ ਤਾਂ ਜਿੰਨਾ ਜੀ ਉਹਦਾ ਜੀ ਕਮਾਈ ਕਰਦੇ ਹੋਣਗੇ, ਕਮਾਈ ਹੈ ਨਾ, ਉਹ ਬਈ 2 ਪੈਸਿਆਂ ਦੀ ਤਾਂ ਹਰ ਕਿਸੇ ਨੂੰ ਲੋੜ ਆ, ਹਨਾ। ਇੱਥੇ ਹੁਣ ਜੇ ਪੰਜਾਬ ਤੋਂ ਇੱਥੇ ਕੀ ਲੈਣਾ ਆ, ਧੱਕੇ ਖਾਣ ਥੋੜਾ ਆ। 2 ਪੈਸੇ ਬਣਨਾ ਨਾ, ਉਹ ਹਰ ਇੱਕ ਨੂੰ ਹੁੰਦੀ ਆ। ਅਸੀਂ ਮਤਲਬ ਪੋਜ਼ਿਟਿਵ ਸੋਚ ਲੈਣੀ ਆ, ਪੰਥ ਦੀ ਸੇਵਾ ਕਰ ਰਹੇ ਨੇ, ਆਪਣੀ ਵਿਰਾਸਤ ਸੰਭਾਲ ਰਹੇ ਨੇ। ਉਹ ਪੋਜ਼ਿਟਿਵ ਸੋਚ ਰੱਖਣੀ ਆ। ਗੁਰਸਿੱਖ ਨੇ ਇਹ ਪੰਥ ਦੀ ਸੇਵਾ ਕਰ ਰਹੇ ਨੇ, ਜਿਹੜਾ ਸਾਡਾ ਵਿਰਸਾ, ਪੰਜਾਬੀ ਸਾਡਾ ਵਿਰਸਾ, ਉਹਨੂੰ ਸੰਭਾਲ ਰਹੇ ਨੇ। ਇਹਨਾਂ ਦੇ ਨਾਲ ਖੜੀਏ, ਇਹਨਾਂ ਨੂੰ ਕਾਮਯਾਬ ਕਰੀਏ। 2 ਪੈਸਿਆਂ ਦੀ ਦਾ ਵੀ ਹਰ ਕਿਸੇ ਨੂੰ ਨਹੀਂ ਹੁੰਦਾ। ਇਹ ਸੀ ਮਤਲਬ ਨਾ ਐੜੇ ਨੂੰ ਕਨੌੜਾ, ਜੇ ਨੂੰ ਕਨੌੜਾ। ਅਗਲਾ ਕੀ ਹੈ ਜੀ? ਅਗਲਾ ਰਾ ਨਾ, ਪਹਿਲੇ ਰਾ 2 ਵਾਰੀ ਰਾ ਬੱਚੇ ਨੂੰ ਕਹਿਣਾ ਚਾਹੀਦਾ ਰਾ ਫਿਰ ਇਕੱਠਾ ਕਰ ਦੇਣਾ ਰਾ। ਇਹਨੂੰ ਰਾ ਨਹੀਂ ਕਹਿਣਾ, ਰਾ। ਉਹ ਨਾ ਮਾਲਵੇ ਦੇ ਵਿੱਚ ਬੇਰੋੜੀ ਨਾ, ਇਹਨੂੰ ਕਹਿੰਦੇ ਐਸਪੀਰੇਸ਼ਨ। ਬੇਲੋੜੀ ਐਸਪੀਰੇਸ਼ਨ ਜਿਹੜੀ ਹੈ ਨਾ, ਨਹੀਂ ਲਿਓ ਇੰਨਾ ਹੈ। ਬੇਲੋੜੀ ਐਸਪੀਰੇਸ਼ਨ, ਭਾਰਾਪਣ, ਰੋਟੀ ਹੈ ਨਾ। ਅੰਮ੍ਰਿਤਸਰ ਗਈ ਨੇ ਰੋਟੀ। ਸੋ ਬੋਲਚਾਲ ਦੀ ਬੋਲੀ ਆ, ਉਹ ਕੀ ਹੈ ਬੋਲਚਾਲ ਦੀ ਬੋਲੀ? ਉਹ ਕੀ ਹੁੰਦੀ ਆ? ਓਰਲ ਨਹੀਂ ਬੋਲਣੀ, ਰਿਟਨ ਬੋਲਣੀ ਆ। ਇੱਕ ਰਿਟਨ ਆ, ਲਿਖ ਲਓ। ਇੰਗਲਿਸ਼ ਤਾਂ ਆਉਂਦੀ ਆ, ਓਰਲ ਰਿਟਨ ਲਿਖੋ। ਓਰਲ ਨਹੀਂ ਬੋਲਣੀ, ਓਰਲ ਰਿਟਨ ਬੋਲਣੀ ਹੈ ਜੋ ਲਿਖਿਆ ਉੱਥੇ। ਮਤਲਬ ਆ ਰੋਟੀ ਨਹੀਂ ਲਿਖਿਆ ਉੱਥੇ, ਰੋਟੀ ਲਿਖਿਆ ਸਿੰਪਲ। ਰੋਟੀ ਮੇਰੀ ਕਾਠ ਕੀ, ਰੋਟੀ ਮੇਰੀ ਕਾਠ। ਇਹ ਆਮ ਜਿਹੇ ਸ਼ਬਦ ਆ। ਉਹ ਕਹਿਣਗੇ ਰਾਮ ਕਿੱਧਰ ਗਿਆ? ਅੰਮ੍ਰਿਤਸਰ ਦੇ ਮੈਂ ਵੀ ਉੱਥੇ ਰਹਿਣਾ ਹੈਗਾ। ਰਾਮ ਰਾਜੇ ਰੋਟੀ ਖਾ ਲਾ। ਬੱਚੇ ਨੂੰ ਕਹਿਣਗੇ ਰਾਜੇ। ਐਵੇਂ ਮਤਲਬ ਬੇਲੋੜੀ ਐਸਪੀਰੇਸ਼ਨ, ਰਾਜੇ। ਹਾਂ ਜਿਹੜਾ ਨਾ ਪੜ੍ਹੇ ਲਿਖੇ ਜਾਣੀ ਕਿ ਨਾ, ਚੰਗੇ ਪੜ੍ਹੇ ਲਿਖੇ ਕੀ ਕਰਨ ਡਿਆ, ਇਹ ਜਾਣੀ ਔਰਲ ਦਾ ਹੈ। ਕਿਸੇ ਵੀ ਮਤਲਬ ਨਾ ਬੁੱਕ ਦੇ ਵਿੱਚ, ਕਿਸੇ ਅਖਬਾਰ ਵਿੱਚ ਕੀ ਕਰਨ ਡਿਆ ਨਹੀਂ ਆਉਂਦਾ। ਕੀ ਕਰਨ ਲੱਗਾ। ਇਹ ਬੋਲਚਾਲ ਦੀ ਬੋਲੀ ਹੈ, ਨਹੀਂ ਵਿੱਚ ਜਾਣੀ ਹੈ ਸਾਹਿਤਕ ਬੋਲੀ, ਜਿਹੜੀ ਸਟੈਂਡਰਡਾਈਜ਼ਡ ਕਰਕੇ ਨਾ। ਸਟੈਂਡਰਡਾਈਜ਼ਡ ਇੰਗਲਿਸ਼ ਆਉਂਦੀ ਹੈ ਜੀ, ਸਟੈਂਡਰਡਾਈਜ਼ਡ ਕਰਕੇ ਜਿਹੜੀ ਮਤਲਬ ਨਾ ਉੱਥੇ ਚਾੜੀ ਆ ਸਾਹਿਤ ਵਿੱਚ, ਉਹ ਬੋਲਣੀ ਹੈ। ਇਹਨੂੰ ਟਕਸਾਲੀ ਕਹਿੰਦੇ ਨੇ, ਟਕਸਾਲੀ ਬੋਲੀ। ਟਕਸਾਲ ਦਾ ਮਤਲਬ ਹੁੰਦਾ ਘੜੀ ਹੋਈ ਬੋਲੀ। ਟਕਸਾਲੀ ਦਾ ਮਤਲਬ ਹੁੰਦੀ ਹੈ ਘੜੀ ਹੋਈ। ਟਕਸਾਲੀ ਸਿੰਘ ਵੀ ਜਿਹਦਾ ਜੀਵਨ ਘੜਿਆ। ਰਾ ਸੋ ਇਹਦੀ ਮਤਲਬ ਨਾ, ਮੈਂ ਬਹੁਤਾ ਥੋੜਾ ਜਿਹਾ ਦੱਸ ਦਿੰਦਾ ਬੱਚੇ ਨੂੰ। ਹਰੇਕ ਅੱਖਰ ਦਾ ਮਤਲਬ ਦੱਸਣਾ ਵੀ ਰਾ ਜਦੋਂ ਪਹਿਲੇ ਆ ਜਾਣਾ, ਇਹਦੀ ਸੌਂਡਾ ਰਸ ਹੈ ਨਾ, ਪਹਿਲੇ ਆ ਜੀ। 2 ਨੰਬਰ ਤੇ ਚਲਿਆ ਜਾਵੇ, ਜਿਵੇਂ ਕੀ ਕਹੂਗਾ ਮਾਰਾ ਹੋ ਜੂਗਾ, ਮਰ। ਤੇ ਸੈਂਟਰ 'ਚ ਵੀ ਆ ਸਕਦਾ ਮਰਨ, ਹੈ ਨਾ। 3 ਨੰਬਰ ਤੇ ਸਾਰ, ਹੋਰ ਕੀ ਭਾਰ, ਇਹ ਬੰਨਾ ਪੁਰੀਆਂ ਭਾਰ। ਯਾਨੀ ਰਾ ਨੇ ਰਾ ਹੀ ਰਹਿਣਾ। ਰਾ ਨੇ ਕੀ ਕਹਿਣਾ? ਇਹ ਵੀ ਸਾਊਂਡ ਇੱਕੋ ਰਹੇਗੀ। ਸੋ ਜਿੰਨੇ ਵੀ ਅੱਖਰ ਆ ਨਾ, ਉਹਨਾਂ ਨੇ ਜਿਵੇਂ ਊੜਾ ਐੜੇ ਨੇ ਆ ਹੀ ਰਹਿਣਾ, ਹੈ ਨਾ। ਸਾਰੇ ਅੱਖਰਾਂ ਨੇ ਉਹ ਰਹਿਣਾ। ਜਿਹੜੇ 5 ਅੱਖਰ ਸੀ ਉਹਨਾਂ ਦੀਆਂ 2 ਤੋਂ ਨਹੀਂ ਜਾਣੇ, ਸਿਰਫ ਇਹ ਡਬਲ ਸਾਊਂਡਡ। ਇਹ ਆਪਾਂ ਜਿਹੜਾ ਨਾ ਇਹ ਕਰ ਚੁੱਕੇ ਹਾਂ। ਸਿਰਫ ਇਹਨਾਂ ਦੀਆਂ 2 ਆਵਾਜ਼ਾਂ ਨੇ, ਜਗ੍ਹਾ ਬਦਲਣ ਨਾਲ ਇਹ ਬਦਲ ਜਾਂਦੇ ਆ। ਔਰ ਰਾਰਾ ਜਿਹੜਾ ਜਾਂ ਹੋਰ ਅੱਖਰ ਨੇ,
ये वही रहने हाहा भी वही हरण है ना बाहर सेंटर जा गया बाहर मूर्ख खाही क्या हुआ खा गुण गाह गाह हैगा गाह प्रभ मिलवे की चाह चाह ਅਸੀਂ ਕਹਿੰਦੇ ਚਾਹ ਥੱਲੇ ਨਹੀਂ ਹਾਹਾ ਬੋਲਣਾ ਇਹਦੇ ਬਰਾਬਰ ਜਿਵੇਂ ਚਾਸ ਚਾਸ ਚਾਹ ਇਹ ਹੈ ਰਾਹਾ ਰਾਹਾ ਇਹ ਹੈ ਇਹ ਸ਼ਬਦ ਆਉਣਗੇ ਅੱਗੇ ਕੀ ਕਿਹੜਾ ਅਖਰ ਹੈ ਲੱਲਾ ਲੱਲਾ ਇਹਨੂੰ ਇਹਦੇ ਇੱਕੋ ਸੌਂਡਾ ਪੰਜਾਬੀ ਦੇ ਵਿੱਚ ਲ ਲ ਜਿਹੜੇ ਲੱਲੇ ਪੈਰ ਪਿੱਤੀ ਹੈ ਬਾਅਦ ਦੀ ਕਾੜ ਆ ਸੋ ਗੁਰਬਾਣੀ ਦਾ ਪਾਠ ਕਰਨ ਲੱਗਿਆ ਨਾ ਕਾਲਾ ਕਹਿਣਾ ਕਾਲਾ काले काले मेंढे कपड़े काला मेंढा बेस काला और हिंदी बारे हुण तक मतलब ना उन्होंने मतलब काला ही रखा हुआ वो पैर च बिंदी नहीं बोलते पढ़े लिखे आ साडे जिवें ना बोलचाल च काला कहते हैं वही मतलब यूनिवर्सिटी ने बिंदी ला दी गुरबाणी के उच्चारण के विच आपां तां गुरबाणी के उच्चारण की गल करते हैं ना काला पीला पीला भी आऊगा या पीला ये है मैला मैला नहीं कहना मैला मैल मल जन्म जन्म की कटी है मल मल नहीं कहना मल ये वीरा ने शुरू करता वो मतलब ना पंजाबी दे विच बहन दे विच उधर ही रुड़ गए सो असां अपना जिहड़ा ये आ विरसा ना संभाल के रखना पैर वाली बिंदी नहीं है और की है जी अगला अखर वाह अखर वाह ये अखर का नाम ਇਹਦੀ ਆਵਾਜ਼ ਹੈ ਵਾਹ ਆਵਾਜ਼ ਕੀ ਹੈ ਵਾਹ ਇਹ ਜਿਵੇਂ ਕੋਈ ਹੈ ਨਾ ਇਹਦਾ ਜਿਵੇਂ ਹੋਰ ਕੋਈ ਦੱਸਣਾ ਨਾ ਵਾਰ ਵਾਰ ਤੇ ਬਾਰ ਬਾਬਾ ਤੇ ਬੱਬਾ ਦਾ ਫਰਕ ਉਹ ਤੇ ਬੱਬਾ ਤੇ ਬਾਬਾ ਦਾ ਸੀ ਉਲਟਾ ਕੇ ਉਹਨੂੰ ਕਹਿੰਦੇ ਹੋ ਨਾ ਬੱਬਾ ਤੇ ਬੱਬਾ ਦਾ ਫਰਕ नोट कोई होर मतलब ना शब्द ले लो जेडे वो लिखे ने होर नवे लभणे आ ना वाट वार हां वाट शाबाश नहीं लेवरे ले लो वाट भी है बिन सतगुर बाट ना पावे वाट भी है ते बात भी है गुरबाणी ते बात भी है ए भी है गल बात बात और भी जी बचन भी है बचन आगे हो चुके हैं ना बचन कोई नवे लियाने चंगा वर्ण भी है वर्ण है ते वर्ण भी है किसी की क्या भैन ने वेला वेरी गुड वेला बचन बचन संत टहल की बेला उठे बब्बा कवन सो वेला है ना जप साहब च संत टहल की बेला 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 नहीं है ना बेला ये स्त्रीलिंग है स्त्रीलिंग नाउन है ना ये फेमिनाइन नाउन है आजकल कहने बेड़ा तेरा बेड़ा हो गया है ना तेरा बेड़ा नहीं होया लिंग च है ना लिंग च ले लिया ਤੁਹਾਨੂੰ नहीं कहा उंज कहने पंजाबी च डरी जे जानते हो ਤੁਸੀਂ ਤਾਂ ਵੇਲੇ ਨਾਲ ਆਉਂਦੇ ਹੋ ਨਾ ਇਹ ਕੱਲ ਨੂੰ ਵੀ ਆਪਣੇ ਵੇਲੇ ਨਾਲ ਆਉਣਾ ਜੀ ਹੁਣ ਅੱਜ ਵੇਲਾ ਆਪਣੇ ਕੋਲ ਹੈ ਅਗਲਾ ਅਖਰ ਕੀ ਹੈ ਜੀ ਬਾਵੇਂ ਤੋਂ ਬਾਅਦ ਰਾੜਾ ਅਗਲਾ ਅਖਰ ਹੈ ਡਾ ਡਾ ਦੋ ਹੈ ਨਾ ਡਾ ਡਾ यानी जिन्ने 32 व्यंजन है सस्से तो लेके ना राड़ा तक 32 व्यंजन कॉन्सोनेंट्स व्यंजन तीन जिहड़े स्वरी अखर आ ओड़ा एड़ा ते ईवड़ी स्वरी अखर वावल कैरियर्स है ना वावल कैरियर्स स्वरी अखर ये है इंग्लिश आती है लिख लो जे नहीं आती मेरे को सीख लो वावल कैरियर्स स्वरी अखर
ਉਹ ਮੇਰੀ ਗੱਲ ਬਾਅਦ ਚ ਖੋਲਾਂਗੇ ਚੰਗਾ। ਹੁਣ ਤਿੰਨ ਗੱਲਾਂ ਯਾਦ ਰੱਖੋ ਵੀ ਊੜਾ ਐੜਾ ਤੇ ਈਵੜੀ ਤਿੰਨ ਕੀ ਨੇ ਸਵਰੀ ਅੱਖਰ ਬਣ ਗਈ ਵਾਵਲ ਕੈਰੀਅਰਸ। ਸੱਸਾ ਤੋਂ ਰਾੜਾ ਤੱਕ ਵਿਅੰਜਨ ਬੱਤੀ है ना, बत्ती बन जाते हैं, 3 35 हो गए। व्यंजन कॉन्सोनेंट्स है ना, कॉन्सोनेंट्स जिन्ने 32 व्यंजन है ना उन्होंने दे 2-2 अखर आई जाएंगे। हाहा सी 2 हारे है ना, कक्का सी 2 कक्के। आ जेडे स्वर आए ना च नहीं आते और चीज है ना, ऊड़ा है ऊ नहीं आया है ना, ऐड़ा ऐड़ा ईबड़ी है ना, 3 अखर आई जाते हैं ना। इस वाली अखर है ना अलग हिसाब किताब। आ 32 व्यंजन ये आप जानी कि राड़ा नेक्स्ट किया राड़ा इन्हों को कहेंगे राड़ा राड़ा हाँ राड़ा वो जानेंगे ना इन्हें राड़ा सब्जी नू लाना होगा तुड़का कह दिंदे है ना एड़ा भी लांदे अड़ाड़ा हाँ फ्राई करना सो हैगा राड़ा राड़ा अच्छा की बन गया राड़ा 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 इंग्लिश ਦੇ ਵਿੱਚ ਹੈ ਨਹੀਂ ਹੈ ਨਾ ਹਿੰਦੀ ਚ ਇੰਗਲਿਸ਼ ਦੇ ਵਿੱਚ ਫਿਰ ਨਾ ਆਰ ਦੇ ਉੱਤੇ ਜਾਂ ਪੈਰ 'ਚ ਬਿੰਦੀ ਜੀ ਲਾ ਕੇ ਕੰਮ ਲੈਂਦੇ ਆ ਉਹ ਬੱਚਿਆਂ ਨੂੰ ਸਿਖਾਉਂਦੇ ਆ 10-5 ਵਾਰ 7 ਵਾਰ ਇੰਗਲੈਂਡ ਜਾ ਕੇ ਆਇਆ ਉਹਨਾਂ ਬੁੱਕਸ ਬਣਾਈਆਂ ਨੇ ਉਹ ਕੱਲ ਨੂੰ ਤੁਹਾਨੂੰ ਦਿਖਾਵਾਂਗਾ ਇੱਕ ਪੇਜ ਲਿਆਂਦਾ ਇਹਨੂੰ ਕਹਿੰਦੇ ਆ ਮਤਲਬ ਕਲਪਨਾ ਕਰ ਲਈ ਵੀ ਉਧਰ ਹੈ ਨਹੀਂ ਡਾੜਾ ਬੱਚਿਆਂ ਨੂੰ ਕਹਿ ਦਿੱਤਾ ਵੀ ਆਰ ਦਾ ਅਰਥ ਹੈ ਰਾ ਇਹ ਤਾਂ ਠੀਕ ਹੈ ਨਾ ਇਹ ਇਹਦੇ ਵਾਸਤੇ ਕੋਈ ਅੱਖਰ ਇੰਗਲਿਸ਼ ਹੈ ਨਹੀਂ ਉਹਨਾਂ ਨੇ ਪੈਰ ਵਿੱਚ ਬਿੰਦੀ ਪਾਈ ਹਾਂ ਪੈਰ ਵਿੱਚ ਬਿੰਦੀਆਂ ਜਿਵੇਂ ਅਸੀਂ ਲਾ ਰੱਖੀਆਂ ਸੱਸੇ ਪੈਰ ਵਿੱਚ ਓਏ ਰਾ ਰਾ ਸਾਰੇ ਬੋਲੋ ਰਾ 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 ਭੈਣ ਜੀ ਤੁਸੀਂ ਅੜ ਗਈ ਵੈਰੀ ਗੁੱਡ ਰਾੜਾ ਅਗੇਨ ਰਾੜਾ 25% ਅਜੇ ਵੀ ਗਲਤ ਆ ਰਾੜਾ ਰਾਈਟ ਭੈਣ ਜੀ ਤਾਂ ਬਹੁਤ ਸਿਆਣੇ ਭੈਣ ਜੀ ਤੁਹਾਡਾ ਤੁਸੀਂ ਬੋਲੋ ਦੋ ਅਗੇਨ ਕੁਝ ਨਹੀਂ ਹੁੰਦਾ ਰਾੜਾ ਮੈਂ ਤੁਹਾਨੂੰ ਇੱਕ ਕੀਮਤੀ ਗੱਲ ਦੱਸਦਾ ਚੰਗਾ ਧਿਆਨ ਨਾਲ ਸੁਣੋ ਦਾਸ ਨੇ ਵੀ ਨਾ ਮੈਟ੍ਰਿਕ ਪਾਸ ਕਰਕੇ 1 ਸਾਲ ਕਾਲਜ ਵਿੱਚ ਲਾਇਆ 11 ਪੜਿਆ ਹੈ ਕਹਿ ਲੋ ਹਾਂ ਵੀ ਉਧਰ ਜਿੰਨਾ ਵੀ ਗਿਆਨ ਆ ਨਾ ਉਹ ਅੱਖਾਂ ਨਾਲ ਵੇਖ ਕੇ ਬੋਲ ਕੇ ਤੇ ਦਿਮਾਗ ਵਿੱਚ ਇਕੱਠਾ ਕਰਨਾ ਹੁੰਦਾ ਸੇਵ ਕਰਨਾ ਹੁੰਦਾ ਤੇ ਹੱਥਾਂ ਰਾਹੀਂ ਪ੍ਰਗਟ ਕਰਨਾ ਕਲਮ ਰਾਹੀਂ ਲਿਖ ਕੇ ਰਿਟਨ ਇਧਰ ਕੀ ਆ ਇਧਰ ਉਲਟ ਹੋਰ ਕੰਮ ਆ ਇਧਰ ਜੀਭ ਰਾਹੀਂ ਪ੍ਰਗਟ ਕਰਨਾ ਹੱਥਾਂ ਨਾਲ ਵੀ ਲਿਖਣਾ ਤੇ ਇਹਦਾ ਲਾਸਟ ਸਟੈਪ ਹੈ ਜੀਭ ਰਾਹੀਂ ਬਾਹਰ ਕੱਢਣਾ ਗਿਆਨ ਜਦੋਂ ਤੁਸੀਂ ਬੋਲਣ ਸਿੱਖੋਗੇ ਉਦੋਂ ਤੁਹਾਡੀ ਜਿਹੜਾ ਨਾ ਗਿਆਨ ਮੁਕੰਮਲ ਹੋਊਗਾ ਹੁਣ ਮੈਂ ਬੋਲਤਾ ਤੁਸੀਂ ਸੁਣ ਲਿਆ ਦਿਮਾਗ ਤੱਕ ਪਹੁੰਚ ਗਏ ਹਨਾ ਹੁਣ ਦਿਮਾਗ ਤੋਂ ਜੀਭ ਰਾਹੀਂ ਕੱਢਣਾ ਗਿਆ ਡਾ ਡਾ ਇੱਧਰ ਕੀ ਕੱਢੇਗਾ ਹੱਥਾਂ ਰਾਹੀਂ ਕਲਮ ਰਾਹੀਂ ਇਹ ਕਲਮ ਰਾਹੀਂ ਗਿਆਨ ਅੰਦਰ ਇਕੱਠਾ ਕੀਤਾ ਨਾ ਉਹ ਪੇਪਰ ਹੁੰਦਾ ਰਿਟਨ ਹਨਾ ਕੋਈ ਪੋਲੀਟੀਕਲ ਵੀ ਹੁੰਦਾ ਪ੍ਰੈਕਟੀਕਲ ਮਾੜਾ ਮੋਟਾ ਹਨਾ ਇੱਧਰ ਕੀ ਆ ਜਿਹੜੇ ਪੱਲੇ ਬੰਨਣ ਵਾਲੀ ਗੱਲਾਂ ਜਿੰਨਾ ਚਿਰ ਤੁਸੀਂ ਜੀਭ ਰਾਹੀਂ ਸਟੇਜ ਤੇ ਆ ਕੇ ਦੂਜੇ ਨੂੰ ਨਹੀਂ ਦੱਸ ਸਕਦੇ ਤੁਹਾਡਾ ਕੰਮ ਕੱਚਾ ਇਹ ਮਤਲਬ ਕੱਚਾ ਜਿਹਾ ਕੰਮ ਨਹੀਂ ਰੱਖਣਾ ਇਹਨੂੰ ਨਿਸੰਗ ਹੋ ਗਿਆ ਰਾ ਰਾ ਇਹਨੇ ਵੀ ਅੱਖਰ ਪੁੱਛ ਲਿਆ ਪਤਾ ਨਹੀਂ ਕੀ ਥੇ ਹੈਨਾ ਮੈਂ ਤਾਂ ਖਾਲੀ ਆਤੀ ਆ ਜੀ ਰਾ ਰਾ ਓਏ ਗੁਰਬਾਣੀ ਦੇ ਵਿੱਚ ਨਾ ਇਹ ਫਰੰਟ ਤੇ ਵੀ ਆ ਜਾਂਦਾ ਅੱਜ ਕੱਲ ਨਹੀਂ ਵਰਤੋਂ ਬੰਦ ਆ ਕਿਸੇ ਅੱਖਰ ਦੇ ਫਰੰਟ ਤੇ ਸਟਾਰਟਿੰਗ 'ਚ ਨਹੀਂ ਆਉਂਦਾ ਰਾੜ ਰਾੜ ਕਹਿੰਦੇ ਲੜਾਈ ਨੂੰ ਰਾੜਾ ਰਾੜ ਮਿਟੇ ਸੰਗ ਸਾਧੂ ਵੀ ਸਾਧੂ ਦਾ ਸੰਗਤ ਕਰਨ ਨਾਲ ਗੁਰਮੁਖਾਂ ਦੀ ਸੰਗਤ ਕਰਨ ਨਾਲ ਮਤਲਬ ਨਾ ਲੜਾਈ ਮਿਟ ਜਾਂਦੀ ਆ ਬਾਹਰਲੀ ਵੀ ਤੇ ਅੰਦਰਲੀ ਵੀ ਹੈ ਨਾ ਇਹ ਹੈ ਰਾੜ ਰਾੜ ਆ ਸਾਇਲੈਂਟ ਆ ਇਸ ਤਰ੍ਹਾਂ ਹੈ ਰਾੜਕ ਰਾੜਕ ਮੋਏ ਜਾਂ ਤ੍ਰਿਖਾ ਬੰਤ ਰਾੜਕ है ना राड़ा फिर राड़ा टक्का राड़क ਇਹਨੂੰ ਰਾੜਾ ਸਮਝ ਲੈਣਾ
ਰਾੜਾ ਰੜਕ, ਇਹਦਾ ਅਰਥ ਹੈ ਦੁਖੀ ਹੋ ਕੇ, ਰੜਕ ਕੇ ਹੈ ਨਾ, ਦੁਖੀ ਹੋ ਕੇ, ਗਰਿਜ ਕੇ, ਰੜਕ ਮੋਏ ਜਾਂ ਤ੍ਰਿਖਾ ਬੰਦ, ਦੁਖੀ ਹੋ ਕੇ, ਦੁਖੀ ਹੋ ਕੇ ਮਰ ਗਏ। ਇਹ ਦੋ ਸ਼ਬਦ ਨੇ, ਹੋਰ ਵੀ ਆ ਸਕਦੇ ਨੇ ਤੇ ਤੁਸੀਂ ਇਹਦਾ ਬਾਵਨ ਅੱਖਰੀ ਦੇ ਵਿੱਚ ਆਉਂਦੇ ਆਏ ਸੁਖਮਨੀ ਸਾਹਿਬ ਤੋਂ ਪਹਿਲੇ। ਬੀਬੀਆਂ ਨੇ ਪਤਾ ਕੀ ਕੀਤੀ ਚਲਾਕੀ, ਸੁਖਮਨੀ ਸਾਹਿਬ ਸੌਖੀ ਜੀ ਬਾਣੀ ਸੀ ਆਪ ਲੈ ਲਈ, ਬੰਦਿਆਂ ਨੇ ਉਦੋਂ ਵੀ ਚਲਾਕ, ਬਾਵਨ ਅੱਖਰੀ ਇਹਨਾਂ ਦੀ ਆ, ਪੜ੍ਹਦੇ ਨਹੀਂ ਹੋ। ਸੋ ਬਾਵਨ ਅੱਖਰੀ ਦੇ ਵਿੱਚ ਆ ਸਾਰਾ ਕੁਝ ਆਏਗਾ। ਬਾਵਨ ਅੱਖਰੀ ਦੇ ਵਿੱਚ ਨਾ ਮਹਿੰਗੀ ਬਾਣੀ ਆ ਇਹ, ਇਹਦੇ ਵਿੱਚ ਸਾਰੇ ਅੱਖਰ ਜਿਹੜੇ ਆਹ ਰੜਕ, ਡਾੜ, ਉੱਪਰ ਸਾਰੇ ਆਉਣਗੇ। ਸੋ ਇਹ ਸੀ 35 ਅੱਖਰ। ਆ ਹੁਣ ਮੈਂ ਤੁਹਾਨੂੰ ਕਰਾਮਾਤ ਦਿਖਾਉਣਾ ਚੰਗਾ। ਮੈਂ ਤੁਹਾਨੂੰ ਨਾ ਇੱਕ ਕੰਮ ਦੀ ਗੱਲ ਦੱਸਦਾ, ਧਿਆਨ ਨਾਲ ਸੁਣੋ। ਇਹ ਸਾਡਾ ਪਹਿਲਾ ਅੱਖਰ ਕੀ ਆ? ਊੜਾ। ਪਿਛਲਾ ਕੀ ਆ? ਇਹਦਾ ਹੈ ਊੜਾ। ਇੱਥੇ ਲੌਕ ਲੱਗ ਗਿਆ, ਊੜਾ, ਇੱਥੇ ਲੌਕ ਲੱਗ ਗਿਆ। ਇੱਥੇ ਆਪਣੇ ਆਪ ਦੇ ਵਿੱਚ ਇਹ ਨਾ ਗੁਰਮੁਖੀ ਲਿਪੀ ਦੀ ਇਹ ਮੁਕੰਮਲ ਲਿਪੀ ਹੈ 35 ਅੱਖਰ। ਸੋ ਇਹਦੇ ਸਮਾਪਤੀ ਕਰੀਏ ਜੀ, ਕੁਛ ਵੀ ਕਰ ਲਈਏ, ਇਹਨਾਂ ਦਾ ਧਿਆਨ ਕਰੀਏ, ਜਾ ਕੇ ਚਲੀਏ। ਕੱਲੇ ਤੋਂ ਪੁੱਛੋ ਜੀ, ਕੱਲੇ ਤੋਂ ਮਾਲਾ ਪੁੱਛਣਾ ਚੰਗਾ। ਤੇ ਪਹਿਲੇ ਉਹਨਾਂ ਤੋਂ ਪੁੱਛਣ ਤੋਂ ਤੁਸੀਂ ਦੱਸੋ ਮੈਨੂੰ, ਪੁੱਛਣ ਨੂੰ ਦੱਸਾਂ ਯਾਰ। ਭੱਬੇ ਅੱਖਰ ਬਾਰੇ ਇਹਦੇ ਚਾਨਣਾ ਪਾਓ। ਭੱਬੇ ਅੱਖਰ ਬਾਰੇ ਦੀ ਸਾਰੀ ਜਾਣਕਾਰੀ ਜੋ ਤੁਹਾਨੂੰ ਦਿੱਤੀ ਆ ਉੱਥੇ, ਬੇਸ਼ੱਕ ਵੇਦ ਦੇਖ ਕੇ ਤੁਹਾਨੂੰ ਥੋੜਾ ਮਾਫ ਕਰ ਦਿੰਦੇ ਆ। ਹਾਂ, ਵੇਖ ਕੇ ਦੱਸੋ, ਬੋਲ ਕੇ। ਹੁਣ ਮੈਂ ਇਹ ਰਿਕਾਰਡਿੰਗ ਨਹੀਂ ਹੋਣ ਕਰਦੀ ਬਸ। ਹਾਂਜੀ, ਜਿਹੜੇ ਅੱਖਰ ਹੈ, ਜਿਹੜੇ ਡਬਲ ਸਾਊਂਡਡ ਲੈਟਰ ਸੀ ਨਾ, ਭਾਈ ਸਾਹਿਬ ਨੇ ਦੱਸਿਆ ਆਪਾਂ ਨੂੰ, ਡਬਲ ਸਾਊਂਡਡ ਇਹ ਕਿੰਨੇ ਸਾਰੇ? ਪੰਜ ਹੈ ਨਾ, ਪੰਜ ਡਬਲ ਸਾਊਂਡਡ ਲੈਟਰਸ ਆ। ਦੇ ਕਮ ਐਟ ਦ 4th place in the middle lines, ਰਾਈਟ। ਜਿਹੜੇ ਮਿਡਲ ਰੋਸ ਆ ਉਹਨਾਂ ਦੇ ਵਿੱਚ 4th place ਤੇ ਆਉਂਦੇ ਆ। ਉਹ ਪਹਿਲਾ ਵਰਗ ਹੈਗਾ ਉੱਤਮ ਵਰਗ, ਪਹਿਲਾ ਵਰਗ। ਹਾਂਜੀ, ਉਹਦੇ ਵਿੱਚ the 4th word is sasa, but sasa is not a double sounded word. ਮੁੱਖ ਵਰਗ, ਹਾਂਜੀ, ਫਸਟ ਰੋ। ਹਾਂਜੀ, ਤੇ ਹਾਂਜੀ, ਓਕੇ, ਠੀਕ ਹੈ, ਥੈਂਕ ਯੂ ਜੀ। From the second row up to the 6th row, then we have this 4th letter, which is the double sounded letters, right? Why double sounded? Because they have two different sounds. If they come at the beginning, then the sound is a certain sound. If it come at the second or the third or the 4th place, then the sound is a little bit different, right? So ਜਿਵੇਂ ਆਪਾਂ ਹੁਣ ਕੱਗਾ ਗਿਆ ਸੀਗਾ ਹੈ ਨਾ, so first if it comes at the beginning, the sound is a little bit different than the second sound, right? So that's why it's two sounded. ਜਿਹੜੇ ਬਾਕੀ ਦੇ ਸਾਰੇ ਹੈਗੇ ਆ, they are only one single sounded. Whether they come in front or they come at the back or they come in the middle, wherever they come, the sound is the same. ਉਹਨਾਂ ਦੀ ਆਵਾਜ਼ ਇੱਕੋ ਹੀ ਹੈਗੀ ਹੈ। ਜਿਵੇਂ ਭਾਈ ਸਾਹਿਬ ਨੇ ਦੱਸੀ ਸੀ ਕਿ ਰਾਰਾ ਉਹ ਸ਼ੁਰੂ 'ਚ ਕਰੀਏ ਰਸਮ ਜਾਂ ਐਂਡ 'ਤੇ ਕਰੀਏ ਬਾਹਰ, ਸਾਊਂਡ ਇਜ਼ ਦ ਸੇਮ, ਹੈ ਨਾ, ਸਾਊਂਡ ਇਜ਼ ਦ ਸੇਮ। ਸੋ ਜਿਹੜਾ ਪੱਪਾ ਹੈਗਾ, it is a double sound. Again, ਪੱਪਾ। right. ਇਹਦੀ ਪ੍ਰੈਕਟਿਸ ਹੀ ਕਰਨੀ ਪੈਣੀ ਹੈ। ਇਹ ਮਤਲਬ ਜੀਭ ਉੱਤੇ ਚੜਾਉਣੇ ਨੂੰ ਕਹਿੰਦੇ ਜੀ। ਟੌਫੀ ਖਾਓ ਨਾ, ਮੇਰੇ ਚ ਜਾ ਕੇ ਚੀਜ਼ਾਂ ਨਾ ਖਾਈ ਜਾਓ। ਇਹ ਅਕਸਰ ਜਿਹੜੇ ਉੱਥੇ ਪ੍ਰੈਕਟਿਸ ਕਰਾਂਗੇ ਫਿਰ ਚੜ੍ਹਨੇ, ਫਿਰ ਨਹੀਂ ਭੁੱਲਦੇ। ਹਾਂ, ਚਲੋ ਪ੍ਰੈਕਟਿਸ। ਸੋ ਇਹਦੇ ਵਿੱਚ ਦਿਸ ਇਹ ਜਿਹੜਾ ਸ਼ਬਦ ਹੈਗਾ, it is double sounded. ਸੋ ਇਹਦੇ ਵਿੱਚ ਪਹਿਲੇ ਜਿਹੜੀ ਭਾਈ ਸਾਹਿਬ ਨੇ ਦੱਸਿਆ ਸੀ ਆਪਾਂ ਨੂੰ, ਤਿੰਨ ਜਿਹੜੀਆਂ ਗੱਲਾਂ ਸੀਗੀਆਂ ਇਹਦੇ, ਜਿਹੜਾ ਆਪਾਂ ਵੇਖਦੇ ਹਾਂ ਡਬਲ ਸਾਊਂਡਡ ਵਰਡਸ।
पहली गल हैगी है मूलक ध्वनि, द फर्स्ट प्राइमरी साउंड, द सेकेंड वन इज द सेकेंडरी साउंड और द गौण ध्वनि, एंड देन द मूलक ध्वनि ते गौण ध्वनि कंबाइन होके उत्तोड़िती हो जाता। वेरी गुड। थैंक यू जी। ਇਹ ਨਵਾਂ मैं ਮੁੱਦਾ सब ਦੱਸਿਆ सीख ਨਾ, रहा। ਉੱਠਣ ਦਾ ਗਿਆ ਸੀਗਾ ਹਾਂਜੀ, ਹਾਂਜੀ। ਵੀ ਜਦੋਂ ਦੋ ਇਕੱਠੇ ਹੋ ਜਾਣ ਉਹਨਾਂ ਹਾਂਜੀ। ਚ ਦੋਵੇਂ ਧੁਨੀਆਂ ਹਾਂਜੀ। ਉਲਕ ਵੀ ਔਰ ਗੌਣ ਇਕੱਠੀਆਂ ਹੁੰਦੀਆਂ ਨੇ। इकट्ठी हो जाएगी। ਤੇ ਹਾਂ, ਇਹ ਨੋਟ ਲਿਖ ਲਓ। ਠੀਕ ਹੈ। ਇਹ ਰਹਿ ਗਿਆ ਸੀਗਾ। ਹਾਂ, ਵੈਰੀ ਗੁੱਡ। ਜਿਹੜੇ ਜਦੋਂ ਦੋ ਧੱਦੇ ਦੋ ਧੱਗੇ ਹੁੰਦੇ ਆ ਨਾ ਇਕੱਠੇ, ਉਹਨਾਂ 'ਚ ਦੋਵੇਂ ਧੁਨੀਆਂ ਹੁੰਦੀਆਂ ਨੇ, ਉਲਕ ਵੀ ਔਰ ਗੌਣ, ਪ੍ਰਾਇਮਰੀ ਐਂਡ ਸੈਕੰਡ। ਇਹ ਆਪਣੇ ਹਿਸਾਬ ਨਾਲ ਨਾ ਤੁਸੀਂ ਇਹ ਨੋਟ ਕਰ ਲਓ। ਇਹ ਦੋਨੋਂ ਟੂਗੇਦਰ ਟੂ ਹੈ ਨਾ, ਟੂ ਸਾਊਂਡਸ सो आप देखा टूगेदर है ना, टू साउंड डबल साउंड है ना, ए टू साउंड टू देखो ना, टू ਆਪਾਂ ਨੋਟ ਕੀਤਾ ਸੀਗਾ ਕਿ ਜਦੋਂ ਵੀ ਡਬਲ ਸਾਊਂਡਡ ਲੈਟਰਸ ਆਏ ਸੀਗੇ ਉੱਥੇ ਆਪਾਂ ਮੂਲਕ ਧੁਨੀ ਵੀ ਦੇਖੀ ਹੈਗੀ ਹੈ ਤੇ ਗੌਣ ਧੁਨੀ ਵੀ ਦੇਖੀ ਹੈਗੀ ਤੇ ਦੈਨ ਉੱਤੋੜਤੀ ਆ ਗਿਆ ਹੈ ਨਾ। ਸੋ ਆਈ ਐਮ ਸ਼ੋਰ ਦੇयर ਮੈਨੀ ਆਫ ਅਸ वर confused in the beginning. Hopefully now we are a bit clearer ਕਿ ਮੂਲਕ ਧੁਨੀ is the primary sound when the letter is in the front. When the word begins with this particular letter, then it is मूलक धुनी. When the particular letter is in the second or third or fourth or subsequent place, then फिर ये बन जाती है secondary sound or गौण ध्वनि. When the two come together, when the same letter is repeated, when the पब्बा पब्बा दोवें इकट्ठे आ जान, when the sound जो the name of the letter is पब्बा, isn't it? पब्बा, then पहला ਜਿਹੜਾ ਹੈਗਾ ਉਹ ਉੱਤੋੜਿਤੀ ਹੋ ਗਿਆ। ਪਹਿਲਾ ਜਿਹੜਾ ਸ਼ਬਦ ਜਿਹੜਾ ਸਾਊਂਡ ਸੀਗਾ ਉਹ ਮੂਲਕ ਹੈ ਤੇ ਸੈਕੰਡ ਸਾਊਂਡ ਇਸ ਦਾ ਗੌਣ। ਸੋ ਬਿਕਾਜ਼ ਦੇ ਆਰ ਟੁਗੇਦਰ, ਸੋ ਦੈਟ ਇਜ਼ ਦਿਸ ਇਜ਼ ਕਾਲਡ ਉੱਤੋੜਿਤੀ। ਅਗਰ ਤੁਸੀਂ ਦੋਵੇਂ ਇਕੱਠੇ ਹੋ ਗਏ ਹੈ ਨਾ। ਓਕੇ, ਸੋ ਮੈਨੀ ਵਰਡਸ ਜਿਹੜੇ ਭਾਈ ਸਾਹਿਬ ਆਪਾਂ ਦੱਸੇ ਹੈਗੇ ਆ ਜਿਹਦੇ ਵਿੱਚ ਇਹ ਦੋਵੇਂ ਇਕੱਠੇ ਆਉਂਦੇ ਆ। ਸੋ ਵੀ ਆਪਣੇ ਸਾਊਂਡ ਦੇ ਅਕੋਰਡਿੰਗਲੀ ਕਈ ਵਾਰੀ ਆਪਾਂ ਗਲਤੀ ਨਾਲ ਸੈਕੰਡ ਸਾਊਂਡ ਨੂੰ ਵੀ ਪਹਿਲੇ ਸਾਊਂਡ ਵਾਂਗ ਬੋਲ ਦਿੰਦੇ ਆ ਤੇ ਜਿਹੜਾ ਫਸਟ ਸਾਊਂਡ ਆ ਉਹਨੂੰ ਸੈਕੰਡ ਸਾਊਂਡ ਵਾਂਗ ਬੋਲ ਦਿੰਦੇ ਆ। ਸੋ ਯੂ ਹੈਵ ਟੂ ਬੀ ਕੇਅਰਫੁਲ ਹੀਅਰ ਕਿ ਕਿਸ ਤਰ੍ਹਾਂ ਬੋਲਣਾ ਹੈਗਾ। ਕੱਲੇ ਕੱਲੇ ਦਾ ਬੇਸ਼ੱਕ ਕੁਐਸਚਨ ਵੀ ਦੇਣਾ ਤਾਂ ਹਾਂਜੀ, ਇਹਨਾਂ ਦੀ ਪ੍ਰੈਕਟਿਸ ਹੋ ਜਾਵੇ। ਹਾਂਜੀ ਹਾਂਜੀ। ਕੋਈ ਨਹੀਂ, ਮੈਂ ਕਹਿੰਦਾ ਦੱਸੇ ਜਾਓ ਇੱਕ ਇੱਕ ਗੱਲ, ਇੱਕ ਇੱਕ ਗੱਲ। Anybody got any questions? I'm the teacher. I thought we will answer the questions. Anybody got any questions? Anything that you want to clarify? ਹਾਂਜੀ ਹਾਂਜੀ। ਇੱਕ ਬੇਨਤੀ ਸੀ ਕਿ ਜਿਹੜੀ ਅੱਗੇ ਭਾਈ ਸਾਹਿਬ ਨੇ ਨੋਟ ਵੀ ਕੀਤੀ ਸੀ ਅੱਗੇ ਕਿ ਦਾ ਔਂਕੜ ਜਦੋਂ ਸੱਸੇ ਤੋਂ ਲੈ ਕੇ ਡਾੜੇ ਤੱਕ ਐਂਡ ਵਾਲੀ ਲੈਟਰ ਤੇ ਲੱਗਦਾ ਹੈਗਾ। ਸ਼ਬਦ ਦੇ ਖੀਰ ਦੇ ਅੱਖਰ ਤੇ ਲੱਗਦਾ ਉਹ ਆਪਾਂ ਬੋਲਦੇ ਨਹੀਂ ਹੈਗੇ, ਉਹਦਾ ਸਾਊਂਡ ਨਹੀਂ ਹੁੰਦਾ, ਸਾਇਲੈਂਟ ਹੁੰਦਾ। ਰਾਈਟ, ਐਕਸੈਪਟ ਫॉर ਆਹਾ। ਹਾਹੇ ਦੇ ਵਿੱਚ ਦੋਵੇਂ ਹੈਗੇ ਆ, ਕਿਤੇ ਬੋਲਦਾ ਕਿਤੇ ਨਹੀਂ ਬੋਲਦਾ। ਸੋ ਕਿਵੇਂ ਡਿਸਾਈਡ ਕਰਨਾ ਬੋਲਦਾ ਕਿ ਨਹੀਂ ਬੋਲਦਾ, ਦੈਟ ਵਿਲ ਡਿਪੈਂਡ ਔਨ ਦਾ ਕੰਟੈਕਸਟ। ਉਹ ਜਿਹੜੀ ਪੰਕਤੀ ਹੈਗੀ ਉਹਨੂੰ ਪੰਕਤੀ ਨੂੰ ਦੇਖ ਕੇ ਦੇਖਣਾ ਪੈਣਾ ਕੰਟੈਕਸਟ ਕੀ ਹੈਗਾ, ਉਸ ਕੰਟੈਕਸਟ ਅਨੁਸਾਰ ਕਿਤੇ ਬੋਲੇਗਾ ਕਿਤੇ ਨਹੀਂ ਬੋਲੇਗਾ। ਰਾਈਟ, ਦਾਸ ਦੱਸੇਗਾ ਜੀ, ਦਾਸ ਦੱਸੇਗਾ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਅਗਲੇ So what is the context? Paisa will tell us. Okay, the other one is ਜਿਹੜਾ ਊੜਾ ਹੈਗਾ ਉਹ ਤਾਂ ਬੋਲਣਾ ਹੀ ਬੋਲਣਾ ਹੈਗਾ। ਊੜਾ ਭਾਵੇਂ ਬਿਗਨਿੰਗ 'ਚ ਆਵੇ ਲਾਸਟ 'ਤੇ ਆਵੇ, ਊੜੀ ਨੂੰ ਔਂਕੜ ਜਿਹੜਾ ਹੈਗਾ ਬੋਲਣਾ ਹੀ ਹੈਗਾ। ਊੜਾ ਕੈਨੋਟ ਬੀ ਵਿਦਆਊਟ ਦਾ ਔਂਕੜ, ਦੇयर ਇਜ਼ ਨੋ ਸਾਊਂਡ ਵਿਦਆਊਟ ਦਾ ਔਂਕੜ। ਊੜਾ ਕੱਲਾ ਨਹੀਂ ਬੋਲਦਾ ਹੈ ਨਾ। ਆਪਾਂ ਇੱਕ ਕਦੇ ਪਾਲੀ ਹੈਗੀ ਆ, ਪਰ ਜੇ ਔਂਕੜ ਬਿਗਨਿੰਗ ਵਾਲੇ ਲੈਟਰ 'ਤੇ ਆਵੇ ਜਾਂ ਮਿਡਲ ਵਾਲੇ ਲੈਟਰ 'ਤੇ ਆਵੇ ਫਿਰ ਬੋਲੇਗਾ ਕਿ ਨਹੀਂ ਬੋਲੇਗਾ? ਬੋਲੇਗਾ। ਠੱਠੇ ਨੂੰ ਕੰਨਾ, ਕੱਕੇ ਨੂੰ ਔਂਕੜ, ਰਾਰਾ। ਮੈਂ ਲਿਖਾਂਗਾ ਤੇ ਨਾਮ ਵੀ ਇਹੀ ਰੱਖਣੇ, ਠਾਕੁਰ ਸਿੰਘ। ਇਹ ਬਾਬਾ ਜੀ ਆਪਣੇ ਹੋਏ ਨੇ, ਉਹ ਇਸ ਤਰ੍ਹਾਂ ਹੀ ਲਿਖਦੇ ਸੀ, ਠਾਕੁਰ ਸਿੰਘ। ਅਸੀਂ ਠਾਕੁਰ ਬਣਾਤਾ ਹੁਣ। ਹਾਂ, ਇਹ ਠਾਕੁਰ ਕਹਿਣ ਲੱਗ ਗਿਆ, ਔਂਕੜ ਛੱਡਣ ਲੱਗ ਗਿਆ। ਸੋ ਵਿਦ ਔਂਕੜ ਅੱਜ ਮੇਰੇ ਖਿਆਲ ਸਟੇਟਮੈਂਟ ਮੇਰੇ ਰਾਈਟ ਹੋਏਗੀ ਕਿ ਜਦੋਂ ਔਂਕੜ ਪਹਿਲੇ ਅੱਖਰ ਤੇ ਜਾਂ ਦੂਸਰੇ ਅੱਖਰ ਤੇ ਮਤਲਬ ਕਿ ਅਖੀਰਲੇ ਅੱਖਰ ਤੇ ਨਾ ਹੋਵੇ ਫਿਰ ਅਸੀਂ ਬੋਲਣਾ ਹੈਗਾ, ਪਰ ਜਦੋਂ ਅਖੀਰਲੇ ਅੱਖਰ ਤੇ ਹੋਵੇ ਫਿਰ ਨਹੀਂ ਬੋਲਣਾ। ਹੁਣ ਜੇ ਇੱਥੇ ਲੱਗਾ ਹੋਵੇ this will not be pronounced, isn't it? This will be pronounced, this will be sounded.
Anything else? Anybody? Any other question? Yeah, I can also practice. question. हाँ जी फर्क नहीं पा रहा मैं just now Sure. ਤੁਸੀਂ ਮਤਲਬ ਕਿਆ as I heard ਤੁਸੀਂ ਕਿਹਾ ਸੀ ਪੱਪੇ ਦਾ ਸਾਊਂਡ just now ਪੱਪਾ ਮੂਲਕ ਤੋਂ ਨਹੀਂ ਤੇ ਨਹੀਂ ਆਉਂਦਾ ਗੌਣ ਤੋਂ ਨਹੀਂ ਤੇ ਨਹੀਂ ਆਉਂਦਾ ਰਾਈਟ ਤਾਂ ਜਿਹੜਾ I heard हाँ जी, sure, हाँ जी, हाँ जी, maybe wrong. हाँ जी, हाँ जी। You said ਉਹਦਾ ਸਾਊਂਡ ਬਦਲ ਜਾਂਦਾ हाँ जी। is that correct Yes. ਮਤਲਬ ਜੇ ਮੂਲਕ ਤੋਂ ਨਹੀਂ ਤੇ ਆਉਂਦਾ ਸੇ ਭਰਮ ਭਰਮ। you get the ਪੱਬੇ ਦਾ ਸਾਊਂਡ ਹੈ ਭਰਮ, ਪੱਬੇ ਦਾ हाँ ਸਾਊਂਡ जी। ਤੇ ਜੇ ਗੌਣ ਤੋਂ ਨਹੀਂ ਆਉਂਦਾ ਸੇ ਸਭ हाँ। मतलब पब्बे का साउंड बदलता किस तरह मतलब व्हाई इज दिस बदलता किस तरह पब्बे का साउंड तो पब्बा ही रहता ना This one is सब okay. Say this one. पर How is the papa? Param. This one. सब It's not. No, it's sub. Pabbe one. ये papa वाले वाले का sound नहीं है क्या? है ना? ये सब. I'm missing the point here so please clarify that ਸਮਝ ਗਏ? ਅੱਛਾ ਕਲੈਰੀਫਿਕੇਸ਼ਨ ਕਰਕੇ छुट्टी ਆਏਗਾ ਭਰਮ ਉਹਦੀ ਸਾਊਂਡ ਨੂੰ ਫੜਨਾ ਚਾਹੀਦਾ ਆਵਾਜ਼ ਨੂੰ ਪ ਆਏਗਾ ਸਭ ਬ ਬ ਅਪ ਅਪ ਹਰਕਾ ਸਭ ਸੱਪ ਨਹੀਂ ਗਿਆ ਸੱਪ 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 ਬਾਪੂ ਦਾ ਨਹੀਂ ਬੋਲਿਆ ਮੈਂ ਸੱਪ ਨਾ ਕੋਈ ਬੋਲਦਾ ਸਾਰੇ ਬਜ਼ੁਰਗਾਂ ਤੋਂ ਪਿੱਛੋਂ ਚਲੇ ਆਏ ਨੇ ਸਾਰੇ ਉਹਨੂੰ ਸੱਪ ਕਹਿੰਦੇ ਆ ਸੱਪ ਜਾ ਕੇ ਜਿਹਨੇ ਉਪਾਇਆ ਭਾਈ ਸੱਪ ਇਹਨੂੰ ਸੱਪ ਨਹੀਂ ਕਹਿੰਦੇ ਇਸ ਤਰ੍ਹਾਂ ਹੈਗਾ ਇਹ ਬੋਲ ਲੈਣੇ ਨੇ ਪ੍ਰਭ ਪ੍ਰਭ ਇਹਨੂੰ ਮਤਲਬ ਨਾ ਪ੍ਰਭ ਇਸ ਤਰ੍ਹਾਂ ਨਹੀਂ ਬੋਲਦੇ ਪ੍ਰਭ ਮੂਲ ਤੋਂ ਨਹੀਂ ਹੈ ਪ੍ਰਭ सेकेंडरी साउंड और ਭਰਮ ਭਰਮ ਉਚਾਰਨ ਜਿਹੜਾ ਨਾ ਉਚਾਰ ਕੇ ਦੱਸਿਆ ਜਾਏਗਾ ਚੰਗਾ ਜੀ ਇਹਦੀਆਂ ਮੇਰੇ ਕੋਲ ਨਾ ਇਹਦੀ ਕੋਈ ਪੁੜੀ ਆ ਨਾ ਇਹਦੀ ਕੋਈ ਪੁੜੀ ਨਹੀਂ ਹੈਗੀ ਹਨਾ ਪੁੜੀ ਦੇ ਦਿਓ ਨਾ ਕੋਈ ਨਹੀਂ ਕੁਝ ਨਹੀਂ ਹੁੰਦਾ ਜਿਹੜਾ ਉਚਾਰਨ ਆ ਨਾ ਉਚਾਰ ਕੇ ਦੱਸਿਆ ਜਾ ਸਕਦਾ ਤੇ ਕੰਨਾਂ ਨਾਲ ਸੁਣ ਕੇ ਗ੍ਰਹਿਣ ਕੀਤਾ ਜਾ ਸਕਦਾ ਚੰਗਾ ਕੰਨਾਂ ਨਾਲ ਸੁਣ ਕੇ ਵੀ ਕੀ ਫਰਕ ਆ ਹਨਾ ਹੁਣ ਭਰਮ ਭਰਮ ਪ੍ਰਭ ਉਹ ਕੀ ਬੋਲਦਾ ਹੈ ਪ੍ਰਭ ਬੋਲਕ ਤੋਂ ਨਹੀਂ ਪ੍ਰਭ ਪਰਨੋ ਹਾਂ ਜਦੋਂ ਇਹਦੇ ਅੱਗੇ ਕੋਈ ਆਊਗਾ ਨਾ ਪ੍ਰਭਾਵਨ ਪ੍ਰਭਾਵਨ ਕਰਤ ਉਹ ਜਿਹੜਾ ਲੰਗੜਾ ਸੁਖਮਨੀ ਸਾਹਿਬ ਚ ਆਉਂਦਾ ਉਹ ਕਿਵੇਂ ਪ੍ਰਭਾਵਨ ਕਰ ਸਕਦਾ ਹੈ ਨਾ ਜਿਹੜਾ ਲੰਗੜਾ ਹੈ ਉਹ ਕਿਵੇਂ ਪ੍ਰਭਾਵਨ ਕਰ ਸਕਦਾ ਹੈ ਕੀ ਤੋਂ ਗਾਓ ਹਾਂ ਕਹਿ ਪਿੰਗਲ ਪਰਬਤ ਪ੍ਰਭਾਵਨ ਇੱਥੇ ਮਤਲਬ ਇਹ ਮੂਲਕ ਤੋਂ ਨਹੀਂ ਆ ਇੱਕ ਹੋਰ ਜਿਹੜਾ ਨਾ ਇਹ ਅਜੇ ਮੈਂ ਤੁਹਾਨੂੰ ਨਾ ਜੇ ਤੁਸੀਂ ਬੜੀ BA ਦੀ ਗੱਲ ਕੀਤੀ ਆ BA ਦੀ ਹੈ ਨਾ ਅਜੇ ਪ੍ਰਾਇਮਰੀ ਕੰਮ ਚੱਲ ਰਿਹਾ ਕੁਝ ਨਹੀਂ ਹੁੰਦਾ ਨਹੀਂ ਉਹ ਗਲਤ ਨਹੀਂ ਹੈ ਨਾ ਉਹ ਅੱਗੇ ਐਡਵਾਂਸ ਨੇ ਔਰ ਕੱਲ ਵੀ ਮੈਨੂੰ ਮੇਰੇ ਭੈਣ ਜੀ ਹੈ ਨਾ ਉਹ ਬਹੁਤ ਅੱਛੀ ਗੱਲ ਕਰਦੇ ਆ ਪਰ ਉਹ ਅੱਗੇ ਜਾ ਕੇ ਦੱਸਾਂਗੇ ਹੁਣ ਸਾਰਾ ਕੁਝ ਐਸੇ ਛੇੜ ਲਈਏ ਨਾ ਕੁਝ ਵੀ ਨਹੀਂ ਪੱਲੇ ਪੈਣਾ है ना कंफ्यूजन पैदा हो जाएगी जिस तरह से समझाया मैंने समझ आ गई कि मूलक तो नहीं थे गौण तो नहीं था फर्क नहीं है हाँ जी पैन बस थैंक यू सब ये है चलो जी और कोई गलबात समाज है ना समाज 10 मिनट है ਜਦੋਂ ਲੋਕ ਤੱਤਾ ਹੁੰਦਾ ਪਾਣੀ ਵਿੱਚ ਉਹਨੂੰ ਤਾਂ ਪੀਦਾ ਜਾਂ ਅੰਤਰ ਪੀਦਾ तत्ता है Okay, तत्ता कई ਥਾਵਾਂ ਤੇ ਮੁਕਤਾ ਹੁੰਦਾ ਕਈ ਥਾਵਾਂ ਤੇ ਤੱਤੇ ਨੂੰ ਕਰਨਾ ਹੁੰਦਾ ਹੈ ਨਾ ਜਿਸ ਦਾ ਤੱਤਾ ਮੁਕਤਾ ਤੱਤਾ ਮੁਕਤਾ ਤ ਸੋ ਨਾਨਕ ਮੈਂ ਜੇ ਬੁਝੈ फिर जी ऐमें नहीं ਹੈ ਨਹੀਂ ਯਾਰ ਡੋਂਟ फिर जी जिਵੇਂ नहीं करना तो नो नो सीरियस नानक हुक्म जे बुझै ता हमै कहे न कोई ता ता हेलो राजा नहीं मारना नानक हुक्म जे बुझै ता हमै कहे न कोई सब तो ता गावहो हरि केरा मन जिनी बसाया शब्दो ता
दा इतना मूल का ना यानी जेड़ा मुक्ता अखर आ ओदी साउंड मुक्ता रूप विच हो अर्थ इहदा तां होएगा अर्थ करन वेले तां अर्थ करना कई वीरां ने ना इहनूं भी तां बोलना शुरू करता वो भी ठीक ने ਇਹਦਾ ਨੰਨਾ ਹੁੰਦਾ ਉਹ ਵੀ ਮੁਕਤਾ ਹਾਂ ਨੰਨਾ ਮੁਕਤਾ ਨਾ ਉਹ ਕੱਲ ਦੱਸਿਆ ਸੀ ਨੰਨਾ ਮੁਕਤਾ ਜਿਹੜਾ ਨਾ ਨੰਨਾ ਮੁਕਤਾ ਨਾ ਨੰਨੇ ਕਹਿੰਦਾ ਨਾ ਇਹ ਹੋਮਵਰਕ ਵੀ ਮੈਂ ਦਿੱਤਾ ਸੀ ਤੁਸੀਂ ਕਿਹਨੇ ਸਵਾਲ ਕੀਤਾ ਆਪਣਾ ਜੀ ਕਿਹਨੇ ਕਰਕੇ ਲਿਆ ਹੋਮਵਰਕ ਘਰੇ ਛੱਡਿਆ ਸਮਝਾ ਇਹ ਦੋ ਅੱਖਰ ਜਿਹੜੇ ਮੁਕਤੇ ਆ ਤਾਂ ਇਹ ਦੋ ਰੂਪ ਅੱਗੇ ਆਪਾਂ ਦੱਸ ਚੁੱਕੇ ਹਾਂ ਇਹ ਹੈ ਵੈਰੀ ਗੁੱਡ ਇਹ ਮਤਲਬ ਨਾ ਕਿਤੇ ਕਿਤੇ ਆਉਂਦਾ ਹੈ ਇੱਕ ਇਹ ਮਤਲਬ ਨਾ ਤਾਂ ਦੇ ਅਰਥਾਂ ਚ ਧਿਆਨ ਦਿਓ ਉਹਦੇ ਅਰਥ ਚ ਵੀ ਫਰਕ ਹੁੰਦਾ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ ਤਾਂ ਫਿਰ ਹੈ ਇੱਕ ਹੁੰਦਾ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਸ਼ਬਦ ਤਾਂ ਕੇਵਲ ਇਹਦੇ ਅਰਥ ਹੈ ਕੇਵਲ ਇਹ ਨੋਟ ਕਰ ਲਓ ਇੰਗਲਿਸ਼ ਤੁਹਾਨੂੰ ਆਉਂਦੀ ਹੋਣੀ ਓਨਲੀ ਕੇਵਲ ਮਤਲਬ ਨਾ ਹਰੀ ਦਾ ਜਿਹੜਾ ਸ਼ਬਦ ਹੈ ਉਹ ਗਾਇਨ ਕਰੋ ਸੋ ਕਿਤੇ ਤਾਂ ਇਹ ਮਤਲਬ ਨਾ ਇਹਨੂੰ ਯੋਜਕ ਕਹਿੰਦੇ ਆ ਯੋਜਕ ਵੱਲੋਂ ਆਏਗਾ ਕਿਤੇ ਇਹ ਯੋਜਕ ਹੈ ਆਏਗਾ ਇਹਨੂੰ ਇਹ ਮਤਲਬ ਹੈਗਾ ਕੇਵਲ ਇਹਨੂੰ ਕਿਰਿਆ ਵਿਸ਼ੇਸ਼ਣ ਕਹਿ ਦਿੰਦੇ ਕਿਸੇ ਚੀਜ਼ ਤੇ ਮਤਲਬ ਨਾ ਸਟ੍ਰੈਸ ਦੇਣਾ ਹੋਵੇ ਕਿਰਿਆ ਵਿਸ਼ੇਸ਼ਣ एडवर्ब और है योजिक है एडवर्ब बहुत अच्छा है उच्चारण दोहां दा इको है ता अर्थ विच प्रसंग अनुसार ना इहदे गल चल प्रसंग ओन कहंदे आ कॉन्टेक्स्ट वो बदल जाता ओदा और कोई गल बात Any other question? नन्हे कन्ना दस दो जप साहब च कितने बार है कोई दस दो सारी संगत चो नन्हे नूं कन्ना पहली बाणी जिहड़ी है ना जप साहब इहदे विच नन्हे कन्ना कितने बार आ एक गल मैं होमवर्क कीता सी तो राची रह गया नहीं करदा कुछ नहीं संगत सारी हो कोई जागरूक भी ऐसी गल 6 बारी अच्छे बारी प्रोफेसर साहब वेरी गुड अपने आप को नहीं कर दो देखो यानी 6 ਵਾਰੀ ਨੰਨੇ ਕਰਨਾ ਹੈ ਜਿਹੜਾ ਘੱਟ ਆਉਂਦਾ ਨਾ ਉਹ 6 ਵਾਰੀ ਹੈ ਜਿਆਦਾ ਮੁਕਤਾ ਹੈ ਤੇ ਮੈਂ ਤੁਹਾਡੀ ਬੇਲੋੜੀ ਨਾ ਐਵੇਂ ਮਿਹਨਤ ਨਹੀਂ ਕਰਾਉਣੀ ਇਹਦਾ ਉਚਾਰਨ ਨਾਲ ਸੰਬੰਧ ਆ ਉਹ 6 ਵਾਰ 5 ਤੁਕਾਂ ਵਿੱਚ ਆਏਗਾ ਮੰਨੇ ਮੋਹਿ ਚੋਟਾ ਨਾ ਖਾਏ ਇਹ ਲਿਖ ਲਓ ਚੋਟਾ ਨਾ ਖਾਏ ਬਹੁਤਾ ਕਰਮ ਲਿਖਿਆ ਨਾ ਜਾਏ ਬਹੁਤਾ ਕਰਮ ਲਿਖਿਆ ਨਾ ਜਾਏ ਇਹ ਆ ਗਿਆ 2 ਵਾਰੀ और किया फितवार ना जोगी जाने रुत महा ना कोई 4 हो गए ताकियां गल्लां कथियां ना जाहे कथियां ना ओहे मरहे ना ठाके जाए यानी 5 तुकां दे विच ना 6 वार तुकां ने मन्ने मोह चोटा ना खाए नंबर 1 बहुता कर्म लिखिया ना जाए 2 हितवार ना जोगी जाने रुत महा ना कोई वो तुक विच 2 बार आ गया 3 तुकां दे विच 4 बार ताकियां गल्लां कथियां ना जाने कथियां ना इधर आऊगा जाने ये है ये अगे नाल ही ओदे होर ना ओहे मरे ना ठाके 6 बार ते जाप साहब च कोई है ही नहीं ना पुत्रे मुक्ता सो हो अगे सीगा हो रास दे विच कट के लियांदा हो भाई साहब की करदे ने लंबे ने मैसेज नूं दस जांदे ਉਹ ਵੀ ਆਂਦੇ ਤੇ ਆਂਦੇ ਆ ਅੱਛਾ ਫਿਰ ਠੀਕ ਇਹ ਮਤਲਬ ਨਾ ਅੱਜ ਨਹੀਂ ਆਏ ਇਹਨੂੰ ਕਹਿੰਦੇ ਆ ਗਰੁੱਪ ਸਟੱਡੀ ਚੰਗਾ 3 ਜਾਣਿਆਂ ਦਾ ਗਰੁੱਪ ਬਣਾ ਕੇ ਨਾ ਸਟੱਡੀ ਕਰਦੇ 3 ਦਾ ਨਾ ਗਰੁੱਪ ਬਣਾ ਲਓ ਤੇ ਫਿਰ ਪੜੋ ਤੇ ਫਿਰ ਜ਼ਿਆਦਾ ਮਤਲਬ ਨਾ ਲਾਓ
ਜਿਹਨੇ ਨਹੀਂ ਹੋਮਵਰਕ ਕੀਤਾ ਉਹਨੂੰ ਕਹਦੇ ਵੀ ਆ ਤੂੰ ਮੇਰੀ ਨਕਲ ਮਾਰਦਾ ਨਕਲ ਵੀ ਅਕਲ ਨਾਲ ਵੱਜਦੀ ਆ ਨਕਲ ਵੀ ਅਕਲ ਨਾਲ। ਚਲੋ ਜੀ ਹੁਣ ਆਪਾਂ ਖਿਮਾ ਦੇ ਜਾ ਚੁੱਕੇ ਹਾਂ ਨਾ, ਇਹ ਜਿਹੜਾ ਹੈ ਧੰਨਵਾਦ ਕਰਦੇ ਸੰਗਤ ਦਾ, ਸਾਰੀ ਸੰਗਤ ਦਾ ਬਹੁਤ ਦੱਸ ਦਿਓ ਸਾਰੀ ਗੱਲ ਬਾਤ। Thank you very much. Come to 5th 7 बजे we will start the third session.